ਗੁਰੂ ਜੀ ਦੀ ਸਾਜੀ ਨਵਾਜੀ, ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਗੁਰਬਾਣੀ ਗੁਰੂ ਵਿੱਚ ਜੋ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ, ਜਦੋਂ ਗੁਰਮੁਖ ਖੇਲ ਨੂੰ ਜਿੱਤ ਕੇ ਇਸ ਸੰਸਾਰ ਦੇ ਵਿੱਚੋਂ ਵਾਪਸ ਆਪਣੇ ਦੇਸ਼ ਨੂੰ, ਆਪਦੇ ਘਰ ਪਰਲੋਕ ਨੂੰ ਜਾਂਦੇ, ਤੇ ਮਾਲਕ ਉਹਨਾਂ ਨੂੰ ਗਲ ਦੇ ਨਾਲ ਲਾ ਲੈਂਦਾ, ਤੇ ਜਦੋਂ ਗਲ ਨਾਲ ਲਾਉਂਦਾ ਗੁਰਮੁਖ ਵਿਰਾਗੀ ਹੋ ਜਾਂਦੀ। ਤੇ ਫਿਰ ਵਿਰਾਗ ਦੇ ਵਿੱਚ ਗੁਰਮੁਖਾਂ ਨੇ ਆਖਿਆ ਵੀ ਤੁਸੀਂ ਜੋ ਸਾਡੇ ਤੇ ਕਿਰਪਾ ਕੀਤੀ, ਜਦੋਂ ਅਸੀਂ ਇਸ ਮਾਰਗ ਦੇ ਉੱਤੇ ਚੱਲੇ ਸੀ, ਵੀ ਸਾਡੀ ਕੋਈ ਇਹਦੇ ਵਿੱਚ ਹੋਰ ਸੰਸਾਰ ਦੀ ਮੰਗ ਨਹੀਂ ਸੀ, ਤੇ ਉਹਦੇ ਬਦਲੇ ਤੁਸੀਂ ਜੋ ਫਿਰ ਇਹ ਕਿਰਪਾ ਸਾਡੇ ਉੱਤੇ ਕੀਤੀ, ਸਾਡੇ ਮਨ ਦੀ ਇੱਜ਼ਤ ਪੱਦ ਢੱਕ ਲਈ, ਇਸ ਨੂੰ ਨੰਗਿਆ ਨਹੀਂ ਹੋਣ ਦਿੱਤਾ, ਇਸ ਨੂੰ ਬੇਇੱਜ਼ਤ ਨਹੀਂ ਹੋਣ ਦਿੱਤਾ। ਤੇ ਉਥੇ ਫਿਰ ਪ੍ਰੇਮ ਦੇ ਵਿੱਚ ਗੁਰਮੁਖਾਂ ਨੇ ਇਹ ਵਚਨ ਉਚਾਰਨ ਕੀਤੇ, ਪ੍ਰੇਮ ਬਟੋਲਾ ਤੈਸੇ ਦਿੱਤਾ, ਢਕਣ ਕੂਬਤ ਮੇਰੀ, ਦਾਨਾ ਬੀਨਾ ਸਾਈਂ ਮੈਂਡਾ, ਨਾਨਕ ਸਾਰ ਨ ਜਾਣਾ ਤੇਰੀ। ਕਿ ਤੁਸੀਂ ਜੋ ਪ੍ਰੇਮ ਦਾ ਇਹ ਨਜ਼ਰਾਨਾ, ਜੋ ਤੁਸੀਂ ਇਹ ਸਿਲਸਿਲਾ ਦਾ ਕੱਪੜਾ ਮਨ ਦੇ ਉੱਤੇ ਦਿੱਤਾ, ਨਾਮ ਦਾ, ਜਿਹਦੇ ਨਾਲ ਮਨ ਨੂੰ ਬੇਇੱਜ਼ਤ ਨਹੀਂ ਹੋਣਾ ਪਿਆ, ਉਹਨੂੰ ਨੰਗਾ ਨਹੀਂ ਹੋਣਾ ਪਿਆ। ਸੋ ਇਸ ਵਾਸਤੇ ਫਿਰ ਇਹ ਜੋ ਆਪਾਂ ਸਿਮਰਨ ਅਭਿਆਸ ਕਰਦੇ ਹਾਂ, ਸਤ ਸੰਗਤ ਕਰਦੇ ਹਾਂ, ਇਸ ਮਾਰਗ ਦੇ ਉੱਤੇ ਚੱਲਦੇ ਹਾਂ, ਲਿਵਦੇ ਤੇ, ਫਿਰ ਇਹਦੇ ਬਦਲੇ ਮਾਲਕ ਸਾਡੀ ਇੱਜ਼ਤ ਪੱਤ ਰੱਖਦਾ। ਇਸ ਲਈ ਮਾਰੇ ਫਰਮਾਉਂਦੇ, ਨਿਰਗੁਣ ਰਾਖ ਲੀਆ ਸੰਤਨ ਕਾ ਸਾਧਕ, ਸਤਿਗੁਰੂ ਢਾਕ ਲੀਆ ਮੋਹਿ ਪਾਪੀ ਵੜਦਾ। ਬਈ ਸਾਡਾ ਮਨ ਬੜਾ ਪਾਪੀ ਹੋ ਚੁੱਕੇ, ਅਸੀਂ ਵਿਚਾਰਾਂ ਦੇ ਵਿੱਚ ਪਾਪਾਂ ਦੀ ਮੈਲ ਲੱਗੀ ਸੀ, ਤੇ ਮਾਲਕ ਨੇ ਮਨ ਦਾ ਪਰਦਾ ਢੱਕ ਲਿਆ।
ਨੰਗਾ ਨਹੀਂ ਹੋਣ ਦਿੱਤਾ, ਇਸ ਬੇਇੱਜ਼ਤ ਨਹੀਂ ਹੋਣ ਦਿੱਤਾ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਮਾਲਕ ਸ਼ਰਨ ਦੇ ਵਿੱਚ ਪਿਆਂ ਦੀ ਸਾਡੀ ਇੱਜ਼ਤ ਵੱਧ ਰੱਖਦਾ ਹੈ। ਇਸ ਲਈ ਮਾਰੇ ਫਰਮਾਉਂਦੇ ਹਰ ਜੂ ਰਾਖ ਲਿਓ ਪਤ ਮੇਰੀ, ਜਮ ਕੋ ਤਰਾਸ ਭਇਓ ਅੰਤਰ, ਸ਼ਰਨ ਗਹੀ ਕਿਰਪਾ ਨਿਧ ਤੇਰੀ। ਇਹ ਅਸੀਂ ਤੇਰੀ ਸ਼ਰਨ ਦੇ ਵਿੱਚ ਆਏ ਹਾਂ, ਹੁਣ ਕਿਰਪਾ ਕਰੋ ਸਾਡੀ ਇੱਜ਼ਤ ਵੱਧ ਰੱਖ ਲਿਓ। ਤੇ ਮਾਲਕ ਫਿਰ ਜਿਹੜੇ ਉਹਦਾ ਸਿਮਰਨ ਕਰਦੇ, ਮਾਲਕ ਦੀ ਸ਼ਰਨ ਪੈਂਦੇ, ਉਹਨਾਂ ਦੀ ਫਿਰ ਉਹ ਇੱਜ਼ਤ ਵੱਧ ਰੱਖਦਾ ਹੀ। ਇਸ ਲਈ ਮਹਾਰਾਜ ਕਹਿੰਦੇ ਮੈਂ ਨਾਹੀਂ ਕਿਛ ਹੋ ਨਾਹੀਂ ਕਿਛ ਆਹੇ ਨ ਮੋਰਾ, ਅਵਸਰ ਲੱਜਾ ਰਾਖ ਲਿਓ ਸਦਨਾ ਜਨ ਤੋਰਾ। ਭਗਤਾਂ ਨੇ ਵੀ ਫਿਰ ਬੇਨਤੀਆਂ ਕੀਤੀਆਂ ਮਾਲਕ ਨੂੰ ਵੀ ਮੇਰਾ ਕੁਝ ਨਹੀਂ, ਅਸੀਂ ਤੇਰੇ ਹਾਂ, ਤੇਰੇ ਰੱਖਣ ਤੇ ਹਾਂ, ਵੀ ਤੇਰੀ ਸ਼ਰਨ 'ਚ ਆਏ ਹਾਂ, ਹੁਣ ਸਾਡੀ ਸ਼ਰਨ ਪਿਆਂ ਦੀ ਲਾਜ ਰੱਖ। ਸੋ ਇਸ ਵਾਸਤੇ ਹੁਣ ਸਾਡਾ ਮਨ ਸ਼ਰਨ ਦੇ ਵਿੱਚ ਚਲਾ ਜਾਵੇ, ਆਪਾਂ ਸਮਰਪਣ ਕਰ ਦੇਵੇ, ਪਰਮਾਤਮਾ ਦੇ ਅੱਗੇ ਢਹਿ ਪਵੇ, ਤੇ ਫਿਰ ਮਾਲਕ ਕਿਰਪਾ ਕਰ ਦਿੰਦੇ। ਉਹ ਬਖਸ਼ਣਹਾਰ ਹੈ, ਉਹ ਸਦਾ ਹੀ ਬਖਸ਼ਦਾ ਹੈ। ਜਿਵੇਂ ਮਾਂ ਪਿਓ ਸੰਸਾਰੀ ਵੀ ਆਪਦੇ ਬੱਚੇ ਦੇ ਉਹ ਔਗਣ ਨੇ ਜਿਹੜੇ ਔਗਣ ਦੇਖਦੇ ਨਹੀਂ। ਜਨਨੀ ਮਾਂ ਹੈ, ਬੱਚਾ ਕਿੰਨੇ ਵੀ ਅਪਰਾਧ ਕਰੇ ਪਰ ਉਹ ਫਿਰ ਵੀ ਚਿੱਤ 'ਚ ਨਹੀਂ ਰੱਖਦੀ, ਉਹ ਭੁਲਾ ਦਿੰਦੀ। ਇਸੇ ਤਰ੍ਹਾਂ ਹੀ ਹੁਣ ਆਪਾਂ ਬੱਚੇ ਹਾਂ ਪਰਮਾਤਮਾ ਦੇ, ਵਾਹਿਗੁਰੂ ਦੇ। ਜੇ ਅਸੀਂ ਉਹਦੀ ਸ਼ਰਨ 'ਚ ਚਲੇ ਜਾਈਏ ਤੇ ਉਹ ਸਾਡੇ ਔਗਣ ਦੇਖਦਾ ਹੀ ਨਹੀਂ, ਉਹ ਸਾਡੇ ਔਗਣ ਸਾਰੇ ਬਖਸ਼ ਦਿੰਦਾ। ਮਹਾਰਾਜ ਫਰਮਾਉਂਦੇ ਸੁਤ ਅਪਰਾਧ ਕਰਤ ਹੈ ਜੇਤੇ, ਜਨਨੀ ਜੀਤ ਨ ਰਾਖਸ ਦੇਤੇ। ਰਾਮ ਆਵਾਂ ਬਾਰਕ ਤੇਰਾ ਕਾਹੇ ਨ ਖੰਡ ਸੌਗਣ ਮੇਰਾ। ਬਈ ਸੁਤ ਬੱਚਾ ਕਿੰਨੇ ਵੀ ਅਪਰਾਧ ਕਰਦਾ ਹੈ, ਜਨਨੀ ਜਿਹੜੀ ਮਾਂ ਹੈ ਉਹ ਚਿੱਤ 'ਚ ਨਹੀਂ ਰੱਖਦੀ, ਉਹ ਫਿਰ ਵੀ ਕਹਿੰਦੀ ਮੇਰਾ ਪੁੱਤ ਬੜਾ ਚੰਗਾ ਹੈ। ਚਾਹੇ ਉਹਨੂੰ ਪਤਾ ਵੀ ਹੈ, ਇਹ ਵੀ ਨਹੀਂ ਵੀ ਮਾਂ ਪਿਓ ਨੂੰ ਪਤਾ ਨਹੀਂ ਹੁੰਦਾ, ਪਤਾ ਤਾਂ ਹੁੰਦਾ ਹੀ। ਮਾਂ ਪਿਓ ਬੱਚੇ ਨੂੰ ਆਪਦੇ ਨੂੰ ਜਾਣਦੇ ਹੀ ਹੁੰਦੇ, ਇਹ ਕਿਹੜਾ ਵੀ ਉਹਨਾਂ ਤੋਂ ਕੁਛ ਲੁਕਿਆ ਤਾਂ ਹੁੰਦਾ ਨਹੀਂ। ਪਰ ਫਿਰ ਵੀ ਉਹ ਜਾਣਦੀ ਹੋਈ ਵੀ ਮਾਂ ਫਿਰ ਵੀ ਆਪਦੇ ਪੁੱਤ ਨੂੰ ਕਹਿੰਦੀ ਨਹੀਂ ਬਹੁਤ ਚੰਗਾ। ਸੋ ਇਸੇ ਤਰ੍ਹਾਂ ਹੀ ਫਿਰ ਬੇਨਤੀ ਕਰਦੇ ਮਾਲਕ ਨੂੰ, ਪਰਮਾਤਮਾ ਨੂੰ, ਵੀ ਅਸੀਂ ਤੇਰੇ ਬੱਚੇ ਹਾਂ, ਸਾਡੇ ਤੇ ਕਿਰਪਾ ਕਰੋ। ਸੋ ਇਹ ਫਿਰ ਸਾਰੀ ਕਹਾਣੀ, ਸਾਰੀ ਅਵਸਥਾ ਆਪਣੇ ਮਨ ਦੀ। ਸਰੀਰ ਹੈ ਜਿਹੜਾ, ਇਹਨੂੰ ਤਾਂ ਗੁਰੂ ਨਾਨਕ ਦੇਵ ਜੀ ਨੇ ਪਿੰਡ, ਖੇਤ, ਧਰਤੀ, ਦੇਸ਼, ਘਰ ਕਹਿ ਕੇ ਪਾਸੇ ਕਰ ਦਿੱਤਾ। ਜਿਹੜੀ ਇਹ ਸਾਰੀ ਕਹਾਣੀ ਚੱਲਦੀ, ਇਹ ਮਨ ਦੀ ਚੱਲਦੀ, ਜਿਹਨੂੰ ਅਕਥ ਕਹਾਣੀ ਦਾ ਨਾਮ ਦਿੱਤਾ, ਅਕਥ ਕਥਾ ਦਾ ਨਾਮ ਦਿੱਤਾ। ਅਕਥ ਕਹਾਣੀ ਦੇ ਵਿੱਚ ਸਾਰਾ ਸਾਨੂੰ ਭੇਜ ਦਿੱਤਾ ਜਾਂਦਾ ਸੂਖਮ ਦਾ। ਸੂਖਮ ਹੁੰਦਾ ਵੀ ਜਿਹੜਾ ਇਹਨਾਂ ਅੱਖਾਂ ਦੁਆਰਾ ਸਾਨੂੰ ਦਿਖਾਈ ਨਹੀਂ ਦਿੰਦਾ, ਉਹਨੂੰ ਸੂਖਮ ਕਹਿੰਦੇ। ਜਿਵੇਂ ਮਨ ਇਹ ਸੂਖਮ ਹੈ, ਆਪਾਂ ਨੂੰ ਦਿਸਦਾ। ਪਰਮਾਤਮਾ ਨਿਰੰਕਾਰ ਸੂਖਮ ਹੈ, ਆਤਮਾ ਸੂਖਮ ਹੈ। ਧਰਮ ਰਾਏ ਚਿਤਰ ਗੁਪਤ ਜਮ, ਇਹ ਤ੍ਰੈ ਗੁਣ ਮਾਇਆ, ਇਹ ਕਾਮ ਕ੍ਰੋਧ ਲੋਭ ਅਹੰਕਾਰ, ਇਹ ਸਾਰਾ ਇੱਕ ਪਰਿਵਾਰ ਹੈ, ਇਹ ਸੂਖਮ ਹੈ।
ਵੀ ਜਦ ਤੱਕ ਸਾਡਾ ਮਨ ਜਾਗਦਾ ਨਹੀਂ ਉਹਨਾਂ ਸਮਾਂ ਸਾਨੂੰ ਇਹ ਦਿਖਾਈ ਨਹੀਂ ਦਿੰਦੀ। ਇਸ ਵਾਸਤੇ ਫਿਰ ਇਹ ਕਥ ਕਹਾਣੀ ਵਿੱਚ ਸਾਰਾ ਸਾਨੂੰ ਸੁਖਮ ਦਾ ਗਿਆਨ, ਸੁਖਮ ਦਾ ਭੇਦ ਦਿੱਤਾ ਗਿਆ। ਗੁਰਬਾਣੀ ਗੁਰੂ ਵਿੱਚ ਜੋ ਕਥਾ ਉਹ ਆਪਾਂ ਨੂੰ 3 ਪ੍ਰਕਾਰ ਦੀ ਦੱਸੀ ਗਈ ਹੈ। ਇੱਕ ਕਥਾ ਹੁੰਦੀ ਦ੍ਰਿਸ਼ਟਮਾਨ। ਦ੍ਰਿਸ਼ਟਮਾਨ ਦੇ ਵਿੱਚ ਜਿਵੇਂ ਗੁਰਬਾਣੀ ਗੁਰੂ ਵਿੱਚ ਭਗਤਾਂ ਦਾ ਜੀਵਨ ਜਿੰਨਾ ਕੁ ਉਹਨਾਂ ਨੇ ਜ਼ਰੂਰੀ ਸਮਝਿਆ, ਜਿੰਨਾ ਕੁ ਸਾਡੇ ਵਾਸਤੇ ਲੋੜ ਸੀ, ਉਹਨਾਂ ਗੁਰਬਾਣੀ ਗੁਰੂ 'ਚ ਦਰਜ ਕੀਤਾ। ਜਿਵੇਂ ਭਗਤਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ, ਕਿਵੇਂ ਫਿਰ ਮਾਲਕ ਉਹਨਾਂ ਦੀ ਰੱਖਿਆ ਤੇ ਆਇਆ। ਜਿਵੇਂ ਆਪਾਂ ਪਰਸੋਂ ਭਗਤ ਨਾਮਦੇਵ ਜੀ ਦੇ ਜੀਵਨ ਤੇ ਵਿਚਾਰ ਕੀਤੀ ਸੀ ਵੀ ਕਿਵੇਂ ਰਾਜੇ ਨੇ ਉਹਨੂੰ ਸਜ਼ਾ ਦੇਣੀ ਚਾਹੀ ਤੇ ਫਿਰ ਮਾਲਕ ਉਹਨਾਂ ਦੀ ਰੱਖਿਆ ਤੇ ਆਇਆ। ਉਸ ਕਥਾ ਨੂੰ ਕਹਿੰਦੇ ਦ੍ਰਿਸ਼ਟਮਾਨ ਕਥਾ, ਵੀ ਜਿਹਦਾ ਗੁਰਬਾਣੀ ਗੁਰੂ ਵਿੱਚ ਜਿਗਰ ਆਉਂਦਾ। ਗੁਰਬਾਣੀ ਗੁਰੂ ਵਿੱਚ ਪੰਗਤੀਆਂ ਨੇ, ਉਹ ਉਹਨਾਂ ਦੇ ਸ਼ਬਦ ਨੇ ਵਿੱਚ, ਉਹਨੂੰ ਕਹਿੰਦੇ ਦ੍ਰਿਸ਼ਟਮਾਨ ਕਥਾ। ਫਿਰ ਦੂਸਰੀ ਜਿਹੜੀ ਕਥਾ ਹੈ ਉਹ ਹੈ ਅਕਥ ਕਥਾ। ਅਕਥ ਕਥਾ ਦੇ ਵਿੱਚ ਇਸ ਸਰੀਰ ਦੀ ਨਹੀਂ, ਦ੍ਰਿਸ਼ਟਮਾਨ ਦੀ ਨਹੀਂ ਗੱਲ, ਇਹਦੇ ਵਿੱਚ ਸਾਰੀ ਸੁਖਮ ਦੀ ਕਹਾਣੀ ਚੱਲਦੀ। ਬਈ ਸਾਡੇ ਮਨ ਦਾ ਜਨਮ ਕਿੱਥੋਂ ਹੋਇਆ ਤੇ ਜਨਮ ਤੋਂ ਬਾਅਦ ਮਨ ਨੂੰ ਕੀ ਸਮਝਾਇਆ ਗਿਆ, ਕਿਵੇਂ ਇਹਨੂੰ ਰਾਜੇ ਦੀ ਟ੍ਰੇਨਿੰਗ ਦਿੱਤੀ ਗਈ, ਫਿਰ ਮਨ ਨੂੰ ਕਿਵੇਂ ਸਰੀਰ ਨਾਲ ਜੋੜਿਆ ਗਿਆ ਤੇ ਫਿਰ ਇਹ ਮਨ ਹੈ ਜਿਹੜਾ ਹੁਣ ਕਿੱਥੇ ਹੈ, ਉਹ ਸਾਰਾ ਫਿਰ ਇਹ ਮਨ ਦਾ ਭੇਦ ਦਿੱਤਾ ਗਿਆ। ਫਿਰ ਜਿਹੜੀ ਆਤਮਾ ਹੈ, ਉਹ ਆਤਮਾ ਦਾ ਵਾਸਾ ਸਾਡੇ ਅੰਦਰ ਕਿੱਥੇ ਹੈ ਤੇ ਆਤਮਾ ਦੀ ਕੀ ਡਿਊਟੀ ਹੈ, ਇਹ ਸਾਨੂੰ ਸਮਝਾਇਆ ਗਿਆ। ਤੇ ਫਿਰ ਜਿਹੜੇ ਧਰਮ ਰਾਏ ਚਿੱਤਰਗੁਪਤ ਹੋਣੀ, ਇਹਨਾਂ ਦੀ ਕੀ ਡਿਊਟੀ ਲਾਈ ਗਈ ਹੈ। ਫਿਰ ਇਹ ਜਿਹੜਾ ਕਾਲ ਹੈ, ਇਹ ਤ੍ਰੈ ਗੁਣ ਨੇ, ਮਾਇਆ, ਇਹ ਕੀ ਨੇ, ਕਾਮ ਕ੍ਰੋਧ ਲੋਭ ਅਹੰਕਾਰ, ਇਹਨਾਂ ਦੀ ਕੀ ਡਿਊਟੀ ਹੈ, ਇਹ ਸਾਰਾ ਫਿਰ ਸਾਨੂੰ ਇਹ ਕਥਾ ਕਹਾਣੀ ਵਿੱਚ ਸਮਝਾਇਆ ਜਾਂਦਾ। ਬਈ ਕਿਵੇਂ ਸਾਡਾ ਮਨ ਇੱਧਰ ਆ ਕੇ ਇਹਦਾ ਵਿਛੋੜਾ ਪੈ ਜਾਂਦਾ ਮਾਲਕ ਤੋਂ, ਪਰਮਾਤਮਾ ਤੋਂ, ਇਹ ਹੁਕਮ ਤੋਂ ਆਕੀ ਹੋ ਜਾਂਦਾ। ਫਿਰ ਕਿਵੇਂ ਵਾਪਸ ਮਨ ਫਿਰ ਹੁਕਮ ਦੇ ਵਿੱਚ ਆਉਂਦਾ ਹੈ ਤੇ ਮਾਲਕ ਨਾਲ ਮਿਲਾਪ ਹੁੰਦਾ ਹੈ। ਇਹ ਸਾਰੀ ਵਿਛੋੜੇ ਤੋਂ ਲੈ ਕੇ ਮਿਲਾਪ ਤੱਕ ਦੀ ਜਿਹੜੀ ਕਹਾਣੀ, ਇਹਨੂੰ ਅਕਥ ਕਹਾਣੀ ਕਹਿੰਦੇ, ਅਕਥ ਕਥਾ। ਇਹਦੇ ਵਿੱਚ ਸਾਰਾ ਫਿਰ ਇਹ ਆਪਾਂ ਨੂੰ ਸੁਖਮ ਦਾ ਗਿਆਨ ਦਿੱਤਾ ਜਾਂਦਾ। ਤੇ ਇਹ ਹੈ ਇੱਕ ਕਥਾ। ਫਿਰ ਤੀਜੀ ਕਥਾ ਹੈ ਜਿਹੜੀ ਮਾਲਕ ਸਾਡੇ ਅੰਦਰ ਆਪ ਕਰਦੇ ਨੇ, ਉਹਨੂੰ ਕਹਿੰਦੇ ਹਰੀ ਦੀ ਕਥਾ। ਉਹ ਜੋ ਹਰੀ ਦੀ ਕਥਾ ਪਰਮਾਤਮਾ ਦੀ, ਉਹਨੂੰ ਕਹਿੰਦੇ ਅਨਹਦ ਬਾਣੀ। ਫਰਮਾਉਂਦੇ ਹਰ ਕੀ ਕਥਾ ਅਨਾਹਦ ਬਾਣੀ। ਬਈ ਜੋ ਹਰੀ ਦੀ ਮਾਲਕ ਦੀ ਕਥਾ ਹੈ ਉਹ ਅਨਹਦ ਬਾਣੀ। ਉਸ ਕਥਾ ਨੂੰ ਜੋ ਪਰਮਾਤਮਾ ਕਰ ਰਹੇ ਸਾਡੇ ਅੰਦਰ, ਉਸ ਕਥਾ ਨੂੰ ਸਾਰੀਆਂ ਕਥਾਵਾਂ ਦੇ ਨਾਲੋਂ ਉੱਤਮ ਕਥਾ ਆਖੀ। ਜਿਹੜੀ ਕਥਾ ਨੂੰ ਸੁਣਨ ਦੇ ਨਾਲ ਸਾਡੇ ਮਨ ਦਾ ਜਿਹੜਾ ਇਹ ਜਨਮ ਮਰਨ ਖੰਡਨ ਹੋ ਜਾਂਦਾ। ਸਾਡੇ ਮਨ ਨੂੰ ਜਿਹੜੇ ਰੋਗ ਲੱਗੇ, ਸਾਰੇ ਰੋਗ ਇਹਦੇ ਮਿਟ ਜਾਂਦੇ। ਮਨ ਸਦਾ ਵਾਸਤੇ ਉਹ ਕਥਾ ਨੂੰ ਸੁਣ ਕੇ ਅਮਰ ਹੋ ਜਾਂਦਾ। ਸੋ ਉਸ ਕਥਾ ਪਰਥਾਈ ਫਿਰ ਮਾਰੇ ਫਰਮਾਉਂਦੇ ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲਥ।
ਇਹ ਉਹ ਜਿਹੜੀ ਕਥਾ ਸਭ ਤੋਂ ਉੱਤਮ, ਸਭ ਤੋਂ ਸ੍ਰੇਸ਼ਟ ਹੈ, ਜੋ ਸਾਡੇ ਅੰਦਰ ਮਾਲਕ ਵਾਹਿਗੁਰੂ ਕਰਦੇ ਨੇ। ਹੁਣ ਇਹ ਸਾਰੀਆਂ ਕਥਾਵਾਂ ਜਿਹੜੀਆਂ ਗੁਰਬਾਣੀ 'ਚ ਆਪਾਂ ਨੂੰ ਦੱਸੀ ਵੀ ਦ੍ਰਿਸ਼ਟਮਾਨ ਕਥਾ, ਕਥ ਕਥਾ ਤੇ ਹਰੀ ਦੀ ਕਥਾ, ਹੁਣ ਇਹ ਜਿਹੜੀਆਂ ਕਥਾ ਆਪਾਂ ਸੁਣਦੇ ਹਾਂ, ਦ੍ਰਿਸ਼ਟਮਾਨ ਸੁਣ ਲਈ, ਉਹ ਕਥਾ ਨੂੰ ਸੁਣ ਕੇ ਸਾਡੇ ਅੰਦਰ ਚਾਅ ਪੈਦਾ ਹੁੰਦਾ ਬਈ ਜਿਵੇਂ ਮਾਲਕ ਨੇ ਭਗਤਾਂ ਦੀ ਰੱਖਿਆ ਕੀਤੀ, ਭਗਤਾਂ ਦੇ ਕਾਰਜ ਸਵਾਰੇ, ਤੇ ਉਹਨਾਂ ਦੇ ਜੀਵਨ ਵੱਲ ਦੇਖ ਕੇ ਸਾਡੇ ਅੰਦਰ ਵੀ ਚਾਅ ਪੈਦਾ ਹੁੰਦਾ ਵੀ ਅਸੀਂ ਵੀ ਭਗਤੀ ਕਰੀਏ, ਅਸੀਂ ਵੀ ਸਿਮਰਨ ਕਰੀਏ। ਫਿਰ ਜਦੋਂ ਉਹਨਾਂ ਦਾ ਜੀਵਨ ਸੁਣ ਕੇ ਸਾਡੇ ਅੰਦਰ ਚਾਅ ਪੈਦਾ ਹੁੰਦਾ ਤੇ ਫਿਰ ਇਹ ਕਥਾ ਕਹਾਣੀ ਵਿੱਚ ਸਾਨੂੰ ਭਗਤੀ ਦਾ ਭੇਦ ਦਿੱਤਾ ਜਾਂਦਾ। ਇਹ ਭਗਤੀ ਕਿੱਥੋਂ ਸਾਡੀ ਸ਼ੁਰੂ ਹੋਣੀ, ਕਿਹਨੇ ਭਗਤੀ ਕਰਨੀ, ਕਿਵੇਂ ਭਗਤੀ ਕਰਨੀ ਹੈ। ਫਿਰ ਇਹ ਕਥਾ ਕਹਾਣੀ ਵਿੱਚ ਸਾਰਾ ਗਿਆਨ ਦੇ ਕੇ, ਸਾਰੀ ਮਨ ਨੂੰ ਸੋਝੀ ਦੇ ਕੇ, ਤੇ ਫਿਰ ਇਹ ਗਿਆਨ ਦਾ ਆਸਰਾ ਲੈਂਦੇ ਹੋਏ ਨਾਲ ਨਾਲ ਅਸੀਂ ਸਿਮਰਨ ਕਰਦੇ ਹੋਏ ਫਿਰ ਅਸੀਂ ਉਹ ਕਥਾ ਨੂੰ ਸੁਣਨਾ ਜਿਹੜੀ ਹਰੀ ਦੀ ਕਥਾ। ਉਹ ਕਥਾ ਜਦੋਂ ਅਸੀਂ ਸੁਣ ਲਾਂਗੇ ਤੇ ਸਾਡੇ ਦੁੱਖ ਤਕਲੀਫਾਂ ਸਾਰੇ ਖਤਮ ਹੋ ਜਾਣਗੇ ਮਨ ਦੇ। ਹੁਣ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਸਾਡੇ ਅੰਦਰ ਸਭ ਦੇ ਕਥਾ ਹੋ ਰਹੀ ਹੈ ਗੁਰਦੁਆਰੇ ਦੇ ਵਿੱਚ। ਸਾਡੇ ਸਾਰਿਆਂ ਦੇ ਅੰਦਰ ਕੀਰਤਨ ਚੱਲ ਰਿਹਾ, ਦਿਨ ਰਾਤ ਚੱਲਦਾ, ਕਦੇ ਬੰਦ ਹੁੰਦਾ ਹੀ। ਉਹ ਮਾਲਕ ਆਪ ਕਰਦੇ ਨੇ। ਜਿਸ ਵਰਥਾਈ ਮਾਰੇ ਫਰਮਾਉਂਦੇ, ਸੋ ਸਥਾਨ ਬਤਾਵੋ ਮੀਤਾ, ਜਾ ਕੇ ਹਰ ਹਰ ਕੀਰਤਨ ਨੀਤਾ। ਵੀ ਸਾਨੂੰ ਵੀ ਉਹ ਸਥਾਨ ਦੱਸੋ ਵੀ ਉਹ ਥਾਂ ਕਿੱਥੇ ਹੈ ਵੀ ਜਿੱਥੇ ਮਾਲਕ ਆਪ ਕੀਰਤਨ ਕਰਦੇ, ਮਾਲਕ ਕਥਾ ਕਰਦੇ। ਤੇ ਉਹ ਫਿਰ ਸਤਿਗੁਰੂ ਆਪਾਂ ਨੂੰ ਗੁਰਬਾਣੀ 'ਚ ਦੱਸਦੇ ਵੀ ਉਹ ਸਾਡੇ ਅੰਦਰ ਜੋ ਗੁਰਦੁਆਰਾ ਹੈ ਨਿਜ ਮਹਿਲ, ਜਿਹਨੂੰ 10ਵਾਂ ਦਰਬਾਰ, ਥਿਰ ਘਰ, ਸਹਿਜ ਗੁਫਾ, ਮੰਦਰ, ਕੋਠੜੀ, ਗੜ੍ਹ, ਗੁਰਦੁਆਰਾ ਕਹਿ ਦਿੱਤਾ ਵੀ ਇਹਦੇ ਵਿੱਚ ਮਾਲਕ ਬੈਠ ਕੇ ਉਹ ਕਥਾ ਕਰਦੇ ਨੇ। ਹੁਣ ਉਹ ਕਥਾ ਨੂੰ ਸੁਣਨ ਵਾਸਤੇ ਸਾਨੂੰ ਗੁਰਦੁਆਰੇ ਜਾਣਾ ਪਏਗਾ। ਜਿਵੇਂ ਹੁਣ ਆਪਾਂ ਇੱਥੇ ਮੰਨ ਲਓ ਕਥਾ ਕਰਦੇ ਹਾਂ, ਵਿਚਾਰ ਕਰਦੇ ਹਾਂ। ਹੁਣ ਜੇ ਕਿਸੇ ਨੇ ਕਥਾ ਸੁਣਨੀ ਹੈ ਤੇ ਉਹਨੂੰ ਗੁਰੂ ਘਰ ਆਉਣਾ ਪਏਗਾ, ਅੰਦਰ ਆ ਕੇ ਬੈਠਣਾ ਪਏਗਾ ਤੇ ਫਿਰ ਹੀ ਇਹ ਕਥਾ ਸੁਣੇਗਾ। ਜਦ ਤੱਕ ਜੀਵ ਆਉਂਦਾ ਨਹੀਂ ਉਹਨਾਂ ਸਮਾਂ ਉਹ ਕਥਾ ਨੂੰ ਸੁਣ ਨਹੀਂ ਸਕਦਾ, ਤੇ ਜਦ ਤੱਕ ਸੁਣਦਾ ਨਹੀਂ ਉਹਨੂੰ ਪਤਾ ਹੀ ਨਹੀਂ ਵੀ ਕੀ ਕਹਿ ਰਹੇ ਆਪਾਂ, ਸਤਿਗੁਰੂ ਕੀ ਸਮਝਾਉਂਦੇ ਨੇ ਆਪਾਂ ਨੂੰ, ਕੀ ਕਹਿ ਰਹੇ ਨੇ, ਉਹਨੂੰ ਪਤਾ ਹੀ ਨਹੀਂ ਕੁਛ ਜਦ ਤੱਕ ਉਹ ਕਥਾ ਸੁਣੇਗਾ ਨਹੀਂ। ਇਸੇ ਤਰ੍ਹਾਂ ਹੀ ਜੇ ਹੁਣ ਅਸੀਂ ਉਹ ਹਰੀ ਦੀ ਕਥਾ ਸੁਣਨੀ ਚਾਹੁੰਦੇ, ਸਾਡੇ ਅੰਦਰ ਮਾਲਕ ਕਰ ਰਹੇ, ਤੇ ਸਾਨੂੰ ਜਾਣਾ ਪਏਗਾ ਗੁਰਦੁਆਰੇ ਵਿੱਚ ਜਿੱਥੇ ਮਾਲਕ ਬੈਠੇ ਉਹ ਕਥਾ ਕਰਦੇ ਨੇ। ਜਦੋਂ ਅਸੀਂ ਉੱਥੇ ਜਾਵਾਂਗੇ ਤੇ ਅਸੀਂ ਉਹ ਕਥਾ ਨੂੰ ਸੁਣ ਲਾਂਗੇ। ਜੇ ਅਸੀਂ ਜਾਵਾਂਗੇ ਨਹੀਂ ਤੇ ਅਸੀਂ ਉਹ ਕਥਾ ਨੂੰ ਸੁਣ ਨਹੀਂ ਸਕਦੇ। ਤੇ ਜਦ ਤੱਕ ਅਸੀਂ ਉਹ ਕਥਾ ਨੂੰ ਸੁਣਾਂਗੇ ਨਹੀਂ ਸਾਡੇ ਦੁੱਖ ਤਕਲੀਫਾਂ ਨਹੀਂ ਖਤਮ ਹੋਣੇ, ਸਾਡੇ ਮਨ ਦਾ ਇਹ ਜਨਮ ਮਰਨ ਦਾ ਰੋਗ ਨਹੀਂ ਕੱਟਿਆ ਜਾਣਾ। ਉਹਨਾਂ ਸਮਾਂ ਅਸੀਂ ਅਮਰ ਨਹੀਂ ਹੋ ਸਕਦੇ। ਉਹ ਕਥਾ ਨੂੰ ਸੁਣ ਕੇ ਅਸੀਂ ਅਮਰ ਹੋਣਾ, ਉਹਨੂੰ ਅਮਰ ਕਥਾ ਦਾ ਵੀ ਨਾਮ ਦਿੱਤਾ ਵੀ ਜਿਹਨੂੰ ਸੁਣਨ ਦੇ ਨਾਲ ਸਾਡਾ ਮਨ ਅਮਰ ਹੋ ਜਾਂਦਾ, ਅਮਰ ਪਦ ਵੀ ਮਿਲ ਜਾਂਦੀ ਇਸ ਅਮਰ ਕਥਾ। ਹੁਣ ਆਪਾਂ ਨੂੰ ਕਹਿੰਦੇ ਵੀ ਉਹ ਕਥਾ ਨੂੰ ਸੁਣੋ, ਤੇ ਸੁਣੀਏ ਕਿਵੇਂ? ਕਹਿੰਦੇ ਗੁਰਦੁਆਰੇ 'ਚ ਜਾਓ, ਜਾ ਕੇ ਸੁਣੋ ਜਿੱਥੇ ਮਾਲਕ ਕਰਦੇ ਨੇ। ਹੁਣ ਸਾਨੂੰ ਆਪਦੇ ਆਪੇ ਪਤਾ ਨਹੀਂ ਲੱਗਦਾ ਵੀ ਉਹ ਗੁਰਦੁਆਰਾ ਹੈ ਕਿੱਥੇ, ਜਿਸੇ ਮਾਲਕ ਬੈਠਾ ਇਹ ਕਥਾ ਕਰ ਰਹੀ ਹੈ, ਕਿਉਂਕਿ ਅਸੀਂ ਉਹ ਗੁਰਦੁਆਰੇ ਨੂੰ ਹੀ ਭੁੱਲ ਚੁੱਕੇ ਹਾਂ, ਗੁਰਦੁਆਰੇ ਦਾ ਉਹ ਦਰਵਾਜ਼ਾ ਵੀ ਭੁੱਲ ਚੁੱਕੇ, ਦਰ ਭੁੱਲ ਚੁੱਕੇ।
ਫਿਰ ਉਸ ਗੁਰਦੁਆਰੇ ਦਾ ਭੇਦ ਲੈਣ ਵਾਸਤੇ ਆਪਾਂ ਇਸ ਗੁਰਦੁਆਰੇ ਵਿੱਚ ਆਉਂਦੇ ਹਾਂ। ਜਦੋਂ ਹੁਣ ਆਪਾਂ ਇੱਥੇ ਗੁਰੂ ਘਰ ਆਉਂਦੇ ਹਾਂ, ਗੁਰਦੁਆਰੇ ਆਉਂਦੇ ਹਾਂ, ਇੱਥੇ ਫਿਰ ਆ ਕੇ ਗੁਰਦੁਆਰੇ ਦੀ ਗੱਲ ਚੱਲਦੀ। ਸਤਿਗੁਰੂ ਗੁਰਬਾਣੀ 'ਚ ਸਮਝਾਉਂਦੇ ਵੀ ਤੁਹਾਡੇ ਅੰਦਰ ਵੀ ਗੁਰਦੁਆਰਾ ਹੈ। ਮਹਾਰਾਜ ਕਹਿੰਦੇ ਵੀ ਜਿਵੇਂ ਤੁਸੀਂ ਚੱਲ ਕੇ ਇਸੇ ਗੁਰੂ ਘਰ ਆਉਂਦੇ ਹੋ, ਗੁਰਦੁਆਰੇ ਆਉਂਦੇ ਹੋ, ਇਸੇ ਤਰ੍ਹਾਂ ਹੀ ਤੁਹਾਡੇ ਮਨ ਨੇ ਅੰਦਰਲੇ ਗੁਰਦੁਆਰੇ 'ਚ ਜਾਣਾ। ਇੱਥੇ ਅਸੀਂ ਗੁਰੂ ਘਰ ਆ ਕੇ ਸੇਵਾ ਕਰਦੇ ਹਾਂ, ਗੁਰਬਾਣੀ ਪੜ੍ਹਦੇ ਹਾਂ, ਸੁਣਦੇ ਹਾਂ। ਇਸੇ ਤਰ੍ਹਾਂ ਹੀ ਅਸੀਂ ਅੰਦਰਲੇ ਗੁਰਦੁਆਰੇ 'ਚ ਜਾ ਕੇ ਵੀ ਉੱਥੇ ਸੇਵਾ ਕਰਨੀ। ਸਾਡੇ ਮਨ ਨੇ ਮਾਲਕ ਉੱਥੇ ਬੈਠੇ ਕਥਾ ਕਰ ਰਹੇ, ਅਸੀਂ ਉਹ ਕਥਾ ਨੂੰ ਸੁਣਨਾ। ਤੇ ਫੇਰ ਹੀ ਜਦੋਂ ਸੁਣਾਂਗੇ ਸਾਡੇ ਮਨ ਨੂੰ ਸੁੱਖ ਮਿਲੇਗਾ, ਸ਼ਾਂਤੀ ਆਏਗੀ। ਤੇ ਫਿਰ ਸਾਡੇ ਮਨ ਵਾਸਤੇ ਉੱਥੇ ਪ੍ਰਸ਼ਾਦ ਹੈ, ਜਿਹੜੇ ਨੂੰ ਸਾਡੇ ਮਨ ਨੇ ਲੈਣਾ ਤੇ ਜਿਹਨੂੰ ਗੁਰ ਪ੍ਰਸ਼ਾਦ ਦਾ ਆਨੰਦ ਦਿੱਤਾ। ਜਿਵੇਂ ਆਪਾਂ ਇਸੇ ਗੁਰੂ ਘਰ ਆਉਂਦੇ ਹਾਂ, ਇੱਥੇ ਕਥਾ ਵਿਚਾਰ ਸੁਣਦੇ ਹਾਂ, ਤੇ ਫਿਰ ਸਮਾਪਤੀ ਤੋਂ ਬਾਅਦ ਆਪਾਂ ਨੂੰ ਗੁਰਮੁਖ ਪ੍ਰਸ਼ਾਦ ਦਿੰਦੇ। ਇਹ ਜਿਹੜਾ ਆਪਾਂ ਪ੍ਰਸ਼ਾਦ ਲੈਂਦੇ ਹਾਂ, ਇਹ ਸਾਡੇ ਤਨ ਦੀ ਖੁਰਾਕ ਹੈ, ਮਨ ਦੀ ਨਹੀਂ ਹੈ। ਮਨ ਹੀ ਇਹਨੂੰ ਖਾਂਦਾ। ਮਨ ਦੀ ਜਿਹੜੀ ਖੁਰਾਕ ਉਹ ਅੰਮ੍ਰਿਤ ਰਸ ਹੈ, ਅੰਮ੍ਰਿਤ ਭੋਜਨ ਮਨ ਦਾ। ਜਦੋਂ ਅਸੀਂ ਅੰਦਰਲੇ ਗੁਰਦੁਆਰੇ ਜਾਵਾਂਗੇ ਤੇ ਅਸੀਂ ਉਹ ਕਥਾ ਨੂੰ ਸੁਣਾਂਗੇ ਤੇ ਸਾਨੂੰ ਉਹ ਪ੍ਰਸ਼ਾਦ ਫਿਰ ਦਿੱਤਾ ਜਾਏਗਾ, ਜਿਹਨੂੰ ਗੁਰ ਪ੍ਰਸ਼ਾਦ ਕਹਿੰਦੇ। ਅੰਮ੍ਰਿਤ ਰਸ ਸਾਡੇ ਮਨ ਦਾ ਭੋਜਨ, ਸਾਡੇ ਮਨ ਦੀ ਤ੍ਰਿਪਤੀ ਹੋ ਜਾਏਗੀ। ਹੁਣ ਇਹ ਆਪਾਂ ਪ੍ਰਸ਼ਾਦ ਲੈਂਦੇ, ਇਹਦੇ ਨਾਲ ਸਾਡੇ ਤਨ ਦੀ ਤ੍ਰਿਪਤੀ ਹੋ ਜਾਂਦੀ। ਜਦੋਂ ਉਹ ਅਸੀਂ ਅੰਦਰੋਂ ਲਵਾਂਗੇ ਤੇ ਸਾਡੇ ਮਨ ਦੀ ਤ੍ਰਿਪਤੀ ਹੋ ਜਾਏਗੀ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਬਈ ਇਸ ਵਾਸਤੇ ਸਾਨੂੰ ਜਦੋਂ ਅਸੀਂ ਗੁਰੂ ਘਰ ਆਉਂਦੇ, ਸੰਗਤ ਕਰਦੇ ਹਾਂ, ਤੇ ਫਿਰ ਆਪਾਂ ਨੂੰ ਸਤਿਗੁਰੂ ਕਹਿੰਦੇ ਵੀ ਤੁਸੀਂ ਉਹ ਅੰਦਰਲੇ ਗੁਰਦੁਆਰੇ ਵੀ ਜਾਓ, ਉੱਥੇ ਜਾ ਕੇ ਵੀ ਮਨ ਨੂੰ ਕਹਿੰਦੇ ਸੇਵਾ ਕਰੋ। ਹੁਣ ਅਸੀਂ ਇਹ ਬਾਹਰ ਜੋ ਵੀ ਦੇਖਦੇ ਹਾਂ, ਜੋ ਵੀ ਕਰਦੇ ਹਾਂ, ਇਹ ਸਾਰਾ ਕੁਝ ਇਸੇ ਵਾਸਤੇ ਕਰਦੇ ਹਾਂ ਵੀ ਅਸੀਂ ਅੰਦਰ ਜਾ ਸਕੀਏ। ਪਰ ਅੰਦਰ ਦਾ ਨਾ ਜੀਵ ਨੂੰ ਭੇਦ ਹੋਣ ਕਰਕੇ, ਨਾ ਸਤ ਸੰਗਤ ਕਰਨ ਕਰਕੇ ਉਹਨੂੰ ਪਤਾ ਨਹੀਂ ਹੈ ਅੰਦਰਲੇ ਗੁਰਦੁਆਰੇ ਦਾ, ਉਹਨੂੰ ਸੋਝੀ ਨਹੀਂ ਹੈ। ਹਾਲਾਂਕਿ ਪੜ੍ਹਦੇ ਰੋਜ਼ ਆ, ਮਹਾਰਾਜ ਸਮਝਾਉਂਦੇ ਆ ਆਪਾਂ ਨੂੰ, ਗੁਰਦੁਆਰੇ ਲਾਏ ਭਾਵਨੀ ਇੱਕ ਨਾ 10ਵਾਂ ਦਵਾਰ ਦਿਖਾਏ, ਕਿ ਸਾਡੇ ਅੰਦਰ ਹੀ ਗੁਰਦੁਆਰਾ ਜਿਹਨੂੰ ਉਹ 10ਵਾਂ ਦਵਾਰ ਕਹਿੰਦੇ, ਜਿੱਥੇ ਜਾ ਕੇ ਸਾਡੇ ਮਨ ਨੇ ਸ਼ਰਧਾ ਤੇ ਭਾਵਨਾ ਦੇ ਨਾਲ ਬੈਠਣਾ, ਉਹ ਹਰੀ ਦੀ ਕਥਾ ਨੂੰ ਸੁਣਨਾ ਜੋ ਮਾਲਕ ਸਾਡੇ ਅੰਦਰ ਕਰਦੇ ਨੇ। ਜਿਵੇਂ ਹੁਣ ਆਪਾਂ ਇੱਥੇ ਗੁਰੂ ਘਰ ਆਉਂਦੇ ਹਾਂ, ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਇਹਨਾਂ ਨੂੰ ਸਤਿਗੁਰ ਦਾ ਖਿਤਾਬ ਹੈ। ਜਦੋਂ ਆਪਾਂ ਅੰਦਰਲੇ ਗੁਰਦੁਆਰੇ ਜਾਂਦੇ ਹਾਂ, ਉੱਥੇ ਸਾਡੇ ਅੰਦਰ ਪ੍ਰਕਾਸ਼ ਰੂਪ ਸਤਿਗੁਰੂ ਨੇ, ਫਿਰ ਆਪਾਂ ਨੂੰ ਉਹਨਾਂ ਦੇ ਦਰਸ਼ਨ ਹੋਣਗੇ ਪ੍ਰਕਾਸ਼ ਦੇ। ਤੇ ਇੱਥੇ ਆ ਕੇ ਆਪਾਂ ਕਥਾ ਸੁਣਦੇ ਹਾਂ ਜਾਂ ਗੁਰਮੁਖ ਕੀਰਤਨ ਕਰਦੇ, ਕੀਰਤਨ ਸੁਣਦੇ ਹਾਂ। ਤੇ ਜਦੋਂ ਅੰਦਰਲੇ ਗੁਰਦੁਆਰੇ ਜਾਵਾਂਗੇ, ਉੱਥੇ ਮਾਲਕ ਕੀਰਤਨ ਕਰ ਰਹੇ, ਮਾਲਕ ਕਥਾ ਕਰ ਰਹੇ ਨੇ, ਫਿਰ ਅਸੀਂ ਉਹ ਕਥਾ ਨੂੰ ਸੁਣਾਂਗੇ। ਫਿਰ ਇੱਥੇ ਜਦੋਂ ਆਪਾਂ ਸਮਾਪਤੀ ਤੋਂ ਬਾਅਦ ਪ੍ਰਸ਼ਾਦ ਲੈਂਦੇ ਹਾਂ, ਉੱਥੇ ਫਿਰ ਆਪਾਂ ਨੂੰ ਪ੍ਰਸ਼ਾਦ ਦਿੱਤਾ ਜਾਂਦਾ, ਉਹ ਸਾਡੇ ਮਨ ਦਾ ਭੋਜਨ ਅੰਮ੍ਰਿਤ, ਉਹ ਵੰਡਿਆ ਜਾਂਦਾ। ਮਹਾਰਾਜ ਫਰਮਾਉਂਦੇ ਉੱਥੇ ਅੰਮ੍ਰਿਤ ਵੰਡੀਏ, ਸੁਖੀਆ ਸਦ ਕਰਨੀ। ਬਈ ਉੱਥੇ ਫਿਰ ਮਾਲਕ ਕਹਿੰਦੇ ਵੀ ਇਹ ਗੁਰਦੁਆਰੇ ਆਏ, ਮਨ ਨੇ ਸਾਡੇ ਨੇ ਜਾਣਾ, ਸੁਰਤੀ ਨੇ, ਫਿਰ ਉਹ ਮਨ ਨੂੰ ਭੋਜਨ ਦਿੱਤਾ ਜਾਂਦਾ, ਮਨ ਦਾ
ਮਨ ਦੀ ਖੁਰਾਕ ਇਹ ਅੰਮ੍ਰਿਤ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਤੁਸੀਂ ਗੁਰੂ ਘਰ ਆਓ, ਗੁਰਦੁਆਰੇ ਵਿੱਚ ਆਓ, ਤੇ ਗੁਰਦੁਆਰੇ ਵਿੱਚ ਆ ਕੇ ਤੁਸੀਂ ਸੁੱਖ ਲਵੋ, ਆਨੰਦ ਲਵੋ। ਹੁਣ ਉਹਦੇ ਵਾਸਤੇ ਫਿਰ ਆਪਾਂ ਨੂੰ ਮਿਹਨਤ ਕਰਨੀ ਪੈਂਦੀ। ਜਿਵੇਂ ਇਸੇ ਵੀ ਆਪਾਂ ਗੁਰੂ ਘਰ ਆਉਂਦੇ ਹਾਂ, ਸੰਗਤ ਕਰਦੇ ਹਾਂ, ਆਪਾਂ ਚੱਲ ਕੇ ਆਉਂਦੇ, ਥੋੜ੍ਹਾ ਜਿਹਾ ਸਾਨੂੰ ਇਹਦੇ ਵਾਸਤੇ ਉੱਦਮ ਕਰਨਾ ਪੈਂਦਾ। ਜੇ ਅਸੀਂ ਉੱਦਮ ਨਾ ਕਰੀਏ ਤੇ ਆ ਨਹੀਂ ਸਕਦੇ। ਥੋੜ੍ਹਾ ਜਿਹਾ ਉੱਦਮ ਕਰੀਏ ਵੀ ਸਾਨੂੰ ਤਾਂਘ ਹੋਵੇ ਵੀ ਅਸੀਂ ਜਾਣਾ, ਤੇ ਫਿਰ ਆਪਾਂ ਆ ਜਾਂਦੇ। ਇਸੇ ਤਰ੍ਹਾਂ ਹੀ ਜੇ ਹੁਣ ਅਸੀਂ ਅੰਦਰਲੇ ਗੁਰਦੁਆਰੇ ਜਾਣਾ ਚਾਹੁੰਦੇ ਹਾਂ, ਉਹਦੇ ਵਾਸਤੇ ਸਾਨੂੰ ਮਿਹਨਤ ਕਰਨੀ ਪੈਂਦੀ। ਸਾਡੇ ਅੰਦਰ ਤਾਂਘ ਹੋਵੇ ਕਿ ਅਸੀਂ ਅੰਦਰਲੇ ਗੁਰਦੁਆਰੇ ਜਾਣਾ, ਅਸੀਂ ਉਹ ਵਾਹਿਗੁਰੂ ਜੋ ਸਾਡੇ ਅੰਦਰ ਕਥਾ ਕਰ ਰਹੇ, ਅਸੀਂ ਉਹ ਕਥਾ ਨੂੰ ਸੁਣਨਾ। ਸਾਡੇ ਅੰਦਰ ਜੇ ਚਾਹ ਹੋਵੇ, ਸਾਡੇ ਅੰਦਰ ਜੇ ਤੜਫ ਹੋਵੇ, ਪ੍ਰੇਮ ਹੋਵੇ, ਤੇ ਫਿਰ ਅਸੀਂ ਉਹ ਅੰਦਰਲੇ ਗੁਰਦੁਆਰੇ ਵਿੱਚ ਜਾਣ ਵਾਸਤੇ ਅਸੀਂ ਮਿਹਨਤ ਕਰਦੇ ਹਾਂ। ਫਿਰ ਅਸੀਂ ਅਭਿਆਸ ਕਰਦੇ ਹਾਂ। ਮਿਹਨਤ ਕੀ ਹੈ ਉੱਥੇ ਜਾਣ ਲਈ? ਸਿਮਰਨ। ਫਿਰ ਅਸੀਂ ਵੱਧ ਤੋਂ ਵੱਧ ਸਿਮਰਨ ਕਰਾਂਗੇ, ਤੇ ਜਿਉਂ-ਜਿਉਂ ਅਸੀਂ ਸਿਮਰਨ ਕਰਾਂਗੇ, ਜੋ ਦਰ ਬੰਦ ਹੈ ਗੁਰਦੁਆਰੇ ਦਾ, ਫਿਰ ਉਹ ਦਰ ਖੁੱਲ੍ਹ ਜਾਏਗਾ। ਪਾਉਣ ਦੁਆਰਾ, ਪੁਰਾਣਾ ਦੁਆਰਾ ਇਹ ਦਰ ਬੰਦ ਕੀਤਾ ਹੋਇਆ ਸਵਾਸਾਂ ਦਾ, ਜਿੰਦਰਾ ਲਾਇਆ। ਜਦੋਂ ਆਪਾਂ ਸਿਮਰਨ ਕਰਾਂਗੇ, ਸਵਾਸ ਦੋਵਾਂ 'ਚ ਇੱਕੋ ਜਿਹੇ ਆਉਣ ਲੱਗ ਗਏ, ਤੇ ਉਹ ਦਰ ਖੁੱਲ੍ਹ ਜਾਏਗਾ, ਜਿੰਦਰਾ ਖੁੱਲ੍ਹ ਜਾਏਗਾ, ਤੇ ਅਸੀਂ ਅੰਦਰ ਗੁਰਦੁਆਰੇ 'ਚ ਪ੍ਰਵੇਸ਼ ਹੋ ਜਾਵਾਂਗੇ। ਇਸੇ ਪਰਥਾਈ ਮਹਾਰਾਜ ਸਾਨੂੰ ਫਰਮਾਉਂਦੇ, ਖੱਟ ਨੇਮ ਕਰ ਕੋਠੜੀ ਬਾਧੀ, ਵਸਤ ਅਨੂਪ ਵੀਚ ਪਾਈ, ਕੁੰਜੀ ਕੋਲ ਪ੍ਰਾਣ ਕਰ ਰਾਖੇ, ਕਰਦੇ ਵਾਰ ਨਾ ਲਾਈ। ਕਿ ਮਾਲਕ ਨੇ ਇਹ ਜੋ ਗੁਰਦੁਆਰਾ ਹੈ, ਇਹਦਾ ਜਿਹੜਾ ਦਰ ਬੰਦ ਕੀਤਾ, ਪੁਰਾਣਾ ਦੁਆਰਾ, ਪੁਰਾਣਾ ਦੇ ਵਿੱਚ ਚਾਬੀ ਰੱਖ ਦਿੱਤੀ ਅਤੇ ਪੁਰਾਣਾ ਦਾ ਜਿੰਦਰਾ ਲਾ ਦਿੱਤਾ। ਤੇ ਇਹ ਹੁਣ ਸੰਤੁਲਨ ਵਿਗੜਿਆ ਹੋਇਆ, ਇੱਕ ਪਾਸੇ ਘੱਟ ਆਉਂਦੇ, ਇੱਕ ਪਾਸੇ ਜ਼ਿਆਦਾ ਆਉਂਦੇ, ਤੇ ਦਰ ਬੰਦ ਹੈ। ਜਦੋਂ ਆਪਾਂ ਹੁਣ ਇਹ ਸਿਮਰਨ ਕਰਦੇ ਵਿਧੀ ਦੁਆਰਾ, ਸੱਸ ਗਿਰਾ ਸਵਾਸ ਅੰਦਰ ਜਾਂਦਾ, ਵਾਹੇ ਬੋਲਦੇ ਹਾਂ, ਬਾਹਰ ਨੂੰ ਆਉਂਦਾ ਗੁਰੂ ਬੋਲਦੇ ਹਾਂ, ਆਪਣੀ ਹੀ ਆਵਾਜ਼ ਨੂੰ ਕੰਨਾਂ ਦੁਆਰਾ ਧਿਆਨ ਨਾਲ ਆਪ ਹੀ ਸੁਣਦੇ ਹਾਂ। ਫਿਰ ਇਹ ਸਾਡਾ ਜਿਹੜਾ ਦਰ ਬੰਦ ਹੈ, ਦਰ ਖੁੱਲ੍ਹ ਜਾਂਦਾ। ਜਦੋਂ ਦਰ ਖੁੱਲ੍ਹ ਗਿਆ, ਆਪਾਂ ਨੂੰ ਉਦੋਂ ਹੀ ਸਾਡੇ ਅੰਦਰ ਜੋ ਅਨਹਦ ਬਾਣੀ ਪ੍ਰਗਟ ਹੈ, ਤੇ ਸਾਨੂੰ ਉਦੋਂ ਹੀ ਉਹ ਅਨਹਦ ਆਵਾਜ਼ੇ, ਅਨਹਦ ਧੁਨਾਂ ਸੁਣਨੀਆਂ ਸ਼ੁਰੂ ਹੋ ਜਾਣੀਆਂ। ਇਹ ਫਿਰ ਆਪਾਂ ਨੂੰ ਸਤਿਗੁਰੂ ਸਮਝਾਉਂਦੇ ਵੀ ਇਹ 10ਵੇਂ ਦਵਾਰ ਦੀ ਸਾਡੇ ਅੰਦਰ ਗੁਰਦੁਆਰੇ ਦੀ ਨਿਸ਼ਾਨੀ ਹੈ। ਵੀ ਸਾਡੇ ਘਰ ਦੇ ਵਿੱਚ, ਗੁਰਦੁਆਰੇ ਵਿੱਚ ਦਿਨ ਰਾਤ ਉੱਥੇ ਕੀਰਤਨ ਹੋ ਰਿਹਾ, ਸਾਜ਼ ਵੱਜ ਰਹੇ ਨੇ। ਮਾਰੇ ਫਰਮਾਉਂਦੇ, 9 ਦਰ ਠਾਕੇ ਧਾਵਤ ਰਹਾਈ, 10ਵੇਂ ਨਿਜ ਘਰ ਵਾਸਾ ਪਾਈ। ਉਥੇ ਅਨਹਦ ਸ਼ਬਦ ਵਜੇ ਦਿਨ ਰਾਤੀ, ਗੁਰਮਤਿ ਸ਼ਬਦ ਸੁਨਾਵਣੇ। ਸਤਿਗੁਰੂ ਕਹਿੰਦੇ ਦਿਨ ਰਾਤ ਉਥੇ ਵਾਜੇ ਵੱਜਦੇ, ਦਿਨ ਰਾਤ ਉਥੇ ਕੀਰਤਨ ਹੋ ਰਿਹਾ, ਤੇ ਬੰਦ ਹੁੰਦਾ ਹੀ ਨਹੀਂ। ਜਿਵੇਂ ਇਸੇ ਗੁਰੂ ਘਰ ਤਾਂ ਆਪਾਂ ਸਮਾਪਤੀ ਕਰ ਦਿੰਦੇ ਹਾਂ, ਟਾਈਮ ਹੈ ਵੀ ਬੰਦ ਕਰਨਾ ਜੀ, ਸੌਣਾ, ਆਰਾਮ ਕਰਨਾ, ਦਰ ਬੰਦ ਕਰ ਦਿੰਦੇ ਹਾਂ। ਪਰ ਜਿਹੜਾ ਸਾਡੇ ਅੰਦਰਲਾ ਗੁਰਦੁਆਰਾ, ਉੱਥੇ ਦਿਨ ਰਾਤ ਕੀਰਤਨ ਹੁੰਦਾ ਹੀ ਰਹਿੰਦਾ, ਉੱਥੇ ਬੰਦ ਨਹੀਂ ਹੁੰਦਾ, ਉੱਥੇ ਸਮਾਪਤੀ ਨਹੀਂ ਹੁੰਦੀ, ਉਸੇ ਲਗਾਤਾਰ ਚੱਲ ਰਿਹਾ, ਅਖੰਡ ਦਿਨ ਰਾਤ ਲਗਾਤਾਰ, ਉੱਥੇ ਬੰਦ ਹੁੰਦਾ ਹੀ ਨਹੀਂ।
ਸੋ ਇਸ ਵਾਸਤੇ ਆਪਾਂ ਨੂੰ ਫਿਰ ਸਮਝਾਉਂਦੇ ਵੀ ਉੱਥੇ ਸਦਾ ਸੁੱਖ ਹੈ, ਸਦਾ ਆਨੰਦ ਹੈ। ਆਪਣੇ ਘਰ ਦੇ ਵਿੱਚ ਵੀ ਦਿਨ ਰਾਤ ਉੱਥੇ ਅਨਹਦ ਬਾਣੀ ਚੱਲ ਰਹੀ, ਮਾਲਕ ਦੀ ਕਥਾ ਹੋ ਰਹੀ। ਜਦੋਂ ਅਸੀਂ ਉਹ ਕਥਾ ਨੂੰ ਸੁਣਾਂਗੇ, ਉਹ ਕੀਰਤਨ ਨੂੰ ਸੁਣਾਂਗੇ, ਤੇ ਸਾਡਾ ਮਨ ਸਦਾ ਵਾਸਤੇ ਸੁਖੀ ਹੋ ਜਾਏਗਾ, ਸਦਾ ਵਾਸਤੇ ਅਮਰ ਹੋ ਜਾਏਗਾ, ਤੇ ਇਹਦਾ ਜਿਹੜਾ ਜਨਮ ਮਰਨ ਦਾ ਗੇੜ ਹੈ ਖਤਮ ਹੋ ਜਾਏਗਾ। ਤਾਂਹੀਓ ਫਿਰ ਸਾਨੂੰ ਕਹਿੰਦੇ ਵੀ ਉਹ ਗੁਰਦੁਆਰੇ 'ਚ ਜਾਓ ਤੇ ਉੱਥੇ ਜਾ ਕੇ ਸ਼ਰਧਾ ਤੇ ਭਾਵਨਾ ਦੇ ਨਾਲ ਬੈਠੋ ਤੇ ਉਹ ਹਰੀ ਦੀ ਕਥਾ ਨੂੰ ਸੁਣੋ। ਜਿਵੇਂ ਹੁਣ ਆਪਾਂ ਇੱਥੇ ਗੁਰੂ ਘਰ ਆਉਂਦੇ ਹਾਂ, ਆਪਾਂ ਕਹਿੰਦੇ ਹਾਂ ਵੀ ਇੱਥੇ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਵੀ ਸ਼ਰਧਾ ਤੇ ਭਾਵਨਾ ਦੇ ਨਾਲ ਬੈਠੋ ਜੀ, ਤੇ ਗੁਰਬਾਣੀ ਗੁਰੂ ਨੂੰ ਧਿਆਨ ਦੇ ਨਾਲ ਸੁਣੋ। ਜਾਂ ਕਥਾ ਹੋ ਰਹੀ ਉਹਨੂੰ ਕਥਾ ਨੂੰ ਸੁਣੋ, ਕੀਰਤਨ ਹੋ ਰਿਹਾ ਉਹਨੂੰ ਧਿਆਨ ਦੇ ਨਾਲ ਸੁਣੋ। ਪਰ ਕਈ ਜੀਵ ਹੁੰਦੇ ਵੀ ਗੁਰੂ ਘਰ ਵੀ ਆ ਜਾਂਦੇ ਤੇ ਇੱਥੇ ਆ ਕੇ ਉਹ ਸੁਣਦੇ ਨਹੀਂ। ਜਿਵੇਂ ਆਪਾਂ ਬਾਹਲੀ ਥਾਂ ਤੇ ਦੇਖਦੇ ਹਾਂ ਬਈ ਉਧਰ ਕੀਰਤਨ ਚੱਲ ਰਿਹਾ ਤੇ ਉਧਰ ਵਿੱਚ ਹੀ ਸੰਸਾਰ ਦੀਆਂ ਗੱਲਾਂ ਚੱਲ ਰਹੀਆਂ, ਉਧਰ ਗੁਰਮੁਖ ਕੋਈ ਕਥਾ ਕਰ ਰਹੇ ਤੇ ਉਧਰ ਸੰਸਾਰ ਦੀਆਂ ਗੱਲਾਂ ਕਰੀ ਜਾਂਦੇ ਵਿੱਚ। ਹੁਣ ਜੇ ਵਿੱਚ ਗੱਲਾਂ ਹੀ ਕਰੀ ਗਏ ਤੇ ਉਹਨਾਂ ਨੂੰ ਸਮਝ ਨਹੀਂ ਲੱਗਣੀ ਵੀ ਕੀ ਸਮਝਾਇਆ, ਕੀ ਆਖੇ। ਕਿਉਂਕਿ ਜੋ ਗੁਰਬਾਣੀ ਗੁਰੂ ਸਮਝਾਉਣਾ ਚਾਹੁੰਦੇ, ਜੋ ਸਾਨੂੰ ਉਪਦੇਸ਼ ਦੇਣਾ ਚਾਹੁੰਦੇ, ਉਹਨਾਂ ਨੇ ਉਹਨਾਂ ਨੂੰ ਸੁਣਿਆ ਨਹੀਂ, ਕਿਉਂਕਿ ਉਹਨਾਂ ਦਾ ਧਿਆਨ ਨਹੀਂ ਹੈ ਇੱਧਰ। ਤੇ ਜੇ ਹੁਣ ਅਸੀਂ ਧਿਆਨ ਦੇ ਨਾਲ ਸੁਣਾਂਗੇ, ਨਹੀਂ ਤੇ ਸਾਨੂੰ ਪਤਾ ਨਹੀਂ ਲੱਗਣਾ ਵੀ ਸਾਨੂੰ ਕੀ ਸਮਝਾ ਰਹੇ ਨੇ, ਕੀ ਕਹਿ ਰਹੇ ਨੇ। ਜੇ ਅਸੀਂ ਇਸ ਗੁਰੂ ਘਰ ਦੇ ਵਿੱਚ ਹੀ ਆ ਕੇ ਨਹੀਂ ਟਿਕ ਕੇ ਬੈਠ ਸਕਦੇ ਤੇ ਜਿਹੜਾ ਅੰਦਰਲਾ ਗੁਰਦੁਆਰਾ ਉੱਥੇ ਤਾਂ ਜਾਣਾ ਦੂਰ ਦੀ ਗੱਲ ਰਹੀ। ਉਹ ਅੰਦਰਲੇ ਗੁਰਦੁਆਰੇ ਦਾ ਜੀਵਾਂ ਨੂੰ ਪਤਾ ਹੀ ਨਹੀਂ, ਉਹ ਤਾਂ ਇੱਥੇ ਆ ਕੇ ਨਹੀਂ ਟਿਕਦੇ। ਉਹਨਾਂ ਨੂੰ ਇਹ ਨਹੀਂ ਪਤਾ ਵੀ ਇੱਥੇ ਗੁਰੂ ਘਰ ਆਉਣਾ ਕੀ ਕਰਨਾ, ਆਪਾਂ ਕੀ ਲੈਣ ਆਉਣੇ ਇੱਥੇ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਸਾਰੀ ਜਿਹੜੀ ਕਹਾਣੀ ਉਹ ਸਾਡੇ ਅੰਦਰਲੇ ਗੁਰਦੁਆਰੇ ਦੀ, ਵੀ ਅਗਾਥ ਕਹਾਣੀ, ਅਗਾਥ ਕਥਾ ਦੇ ਵਿੱਚ ਇਹ ਸਾਰਾ ਸਾਡੇ ਅੰਦਰ ਦਾ ਭੇਦ ਦਿੱਤਾ ਜਾਂਦਾ, ਜੋ ਆਪਾਂ ਨੂੰ ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ ਦਿੱਤਾ। ਵੀ ਤਾਂ ਕਿ ਅਸੀਂ ਬਾਹਰੋਂ ਅੰਤਰਮੁਖੀ ਹੋ ਸਕੀਏ ਤੇ ਸਾਨੂੰ ਸਾਡੇ ਅੰਦਰ ਦੀ ਸੋਝੀ, ਸਾਡੇ ਅੰਦਰ ਦਾ ਗਿਆਨ ਹੋ ਜਾਏ। ਸੋ ਜੇ ਹੁਣ ਸਾਨੂੰ ਅੰਦਰ ਦਾ ਤਾਂ ਗਿਆਨ ਨਹੀਂ ਹੋਇਆ, ਅੰਦਰ ਦਾ ਸਾਨੂੰ ਭੇਦ ਨਹੀਂ ਆਇਆ, ਤੇ ਉਹ ਬਾਹਰੀ ਗਿਆਨ ਸਾਡਾ ਕਿਸੇ ਕੰਮ ਨਹੀਂ ਆਉਣ ਵਾਲਾ। ਜੇ ਸਿਰਫ ਅਸੀਂ ਬਾਹਰੀ ਗਿਆਨ ਇਕੱਠਾ ਕੀਤਾ, ਉਹਦੇ ਨਾਲ ਹੋਰ ਹਉਮੈ, ਹੋਰ ਹੰਕਾਰ ਵੱਜੇਗਾ, ਹੋਰ ਕੁਛ ਨਹੀਂ ਉਹਦੇ ਨਾਲ। ਜੇ ਅਸੀਂ ਅੰਤਰਮੁਖੀ ਹੋਵਾਂਗੇ, ਸਾਡਾ ਮਨ ਸਹਿਜ ਵਿੱਚ ਜਾਏਗਾ, ਤੇ ਜਦੋਂ ਸਹਿਜ 'ਚ ਜਾਏਗਾ ਤੇ ਸਹਿਜ ਦੇ ਵਿੱਚ ਹੀ ਮਾਲਕ ਬੈਠੇ ਨੇ। ਜਿਨ੍ਹਾਂ ਨੇ ਵੀ ਪ੍ਰਾਪਤੀ ਕੀਤੀ ਉਹਨਾਂ ਨੇ ਸਹਿਜ ਦੇ ਵਿੱਚ ਜਾ ਕੇ ਕੀਤੀ। ਆਪਾਂ ਨੂੰ ਦੱਸਿਆ ਮਹਾਰਾਜ ਜੀ ਫਰਮਾਉਂਦੇ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਵੀ ਸਤਿਗੁਰ ਨੂੰ ਮਿਲੇ ਕਿਵੇਂ? ਸਹਿਜ ਦੇ ਨਾਲ, ਸਹਿਜ ਵਿੱਚ ਜਾ ਕੇ। ਹੁਣ ਜੇ ਜੀਵ ਗੁਰਬਾਣੀ ਵੀ ਪੜ੍ਹਦਾ ਹੈ, ਵੇਦ ਵੀ ਪੜ੍ਹਦਾ ਹੈ, ਗਾਉਂਦਾ ਵੀ ਹੈ, ਤੇ ਸਤਿਗੁਰੂ ਕਹਿੰਦੇ ਜੇ ਤੁਸੀਂ ਸਹਿਜ ਵਿੱਚ ਨਹੀਂ ਗਏ, ਮਾਲਕ ਨੂੰ ਤੁਸੀਂ ਮਿਲੇ ਨਹੀਂ, ਤੁਸੀਂ ਅੰਦਰਲੇ ਗੁਰਦੁਆਰੇ ਨਹੀਂ ਗਏ, ਤੁਸੀਂ ਉਹ ਹਰੀ ਦੀ ਕਥਾ ਨੂੰ ਨਹੀਂ ਸੁਣਿਆ, ਫਿਰ ਤੁਸੀਂ ਕੀ ਪੜ੍ਹਦੇ ਹੋ ਤੇ ਕੀ ਗਾਉਂਦੇ ਹੋ? ਰਮਾਉਂਦੇ ਕਿਆ ਪੜ੍ਹੀਏ, ਕਿਆ ਗੁਣੀਏ, ਕਿਆ ਵੇਦ ਪੁਰਾਨਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲੇ ਉਹ ਸੋਈ। ਸਤਿਗੁਰੂ ਕਹਿੰਦੇ ਵੀ ਇਕੱਲਾ ਪੜ੍ਹਨ ਦੇ ਨਾਲ ਜਾਂ ਗਾਉਣ ਦੇ ਨਾਲ ਨਹੀਂ ਕੁਝ ਹੁੰਦਾ, ਜੇ ਤੁਸੀਂ ਸਹਿਜ ਵਿੱਚ ਨਹੀਂ ਗਏ, ਤੁਸੀਂ ਆਪਦੇ ਅੰਦਰ ਘਰ, ਅੰਦਰਲੇ ਗੁਰਦੁਆਰੇ 'ਚ ਨਹੀਂ ਗਏ।
ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਗਾਉਂਦੇ ਤਾਂ ਬਹੁਤ ਜੀਵ ਨੇ ਬੜੇ ਭਾਂਤ ਭਾਂਤ ਦੇ ਨਾਲ, ਪਰ ਇੱਦਾਂ ਬਾਹਰੀ ਗੱਲਾਂ ਉਹ ਫਿਰ ਮਾਲਕ ਜਿਹੜਾ ਉਹ ਰਾਮ ਉਹ ਭਿੱਜਦਾ ਨਹੀਂ ਹੈ। ਇਸ ਲਈ ਮਹਾਰਾਜ ਕਹਿੰਦੇ ਕੋਈ ਗਾਵੇ ਰਾਗੀ ਨਾਦੀ ਵੇਦੀ, ਬਹੁ ਭਾਂਤ ਭਾਂਤ ਕਰ ਨਹੀਂ ਹਰ ਹਰ ਭੀਜੇ ਰਾਮ ਰਾਜੇ। ਵੀ ਗਾਉਂਦੇ ਤਾਂ ਬਹੁਤ ਨੇ, ਬਹੁਤ ਭਾਂਤ ਭਾਂਤ ਦੇ ਨਾਲ, ਰਾਗੀ ਨਾਦੀ ਵੇਦੀ ਇਵੇਂ ਗਾ ਰਹੇ ਨੇ, ਪਰ ਮਨ ਨਹੀਂ ਜੇ ਭਿੱਜਿਆ, ਮਨ ਸਹਿਜ ਵਿੱਚ ਨਹੀਂ ਗਿਆ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਇਹ ਇੱਕ ਸਾਧਨ ਹੈ ਮਨ ਨੂੰ ਘਰੇ ਲੈ ਕੇ ਜਾਣ ਵਾਸਤੇ, ਕਥਾ ਕੀਰਤਨ, ਨਹੀਂ ਤਾਂ ਅੱਗੇ ਸਾਡਾ ਮਨ ਅੰਦਰਲੇ ਗੁਰਦੁਆਰੇ 'ਚ ਚਲਾ ਜਾਵੇ। ਇੱਥੇ ਗੁਰਦੁਆਰੇ ਆਉਣ ਦਾ ਭਾਵ ਇਹੀ ਹੈ ਵੀ ਅਸੀਂ ਇੱਥੇ ਗੁਰਦੁਆਰੇ ਆਏ ਹਾਂ, ਹੁਣ ਅਸੀਂ ਅੰਦਰਲੇ ਗੁਰਦੁਆਰੇ ਵੀ ਜਾਈਏ। ਆਇਓ ਸਤਿਗੁਰੂ ਫਿਰ ਸਾਨੂੰ ਰਮਾਉਂਦੇ ਕਥਾ ਕੀਰਤਨ ਰਾਗ ਨਾਦ ਧੌਨੇ ਬਣਿਓ ਸੁਭਾਉ। ਮਹਾਰਾਜ ਕਹਿੰਦੇ ਕਥਾ ਕੀਰਤਨ ਵੀ ਇੱਕ ਸਾਧਨ ਘਰ ਜਾਣ ਵਾਸਤੇ, ਮਨ ਨੂੰ ਸਹਿਜ ਵਿੱਚ ਲੈ ਕੇ ਜਾਣ ਵਾਸਤੇ, ਵੀ ਤਾਂ ਕਿ ਜਿੱਥੇ ਮਾਲਕ ਬੈਠੇ ਸਾਡਾ ਮਨ ਉੱਥੇ ਚਲਾ ਜਾਵੇ। ਜਿਸ ਗੁਰਦੁਆਰੇ ਵਿੱਚ ਉਹ ਪਰਮਾਤਮਾ ਹਰੀ ਕਥਾ ਕਰ ਰਹੇ, ਸਾਡਾ ਮਨ ਉਹ ਕਥਾ ਨੂੰ ਜਾ ਕੇ ਸੁਣੇ ਉੱਥੇ। ਹੁਣ ਜੇ ਅਸੀਂ ਉੱਥੇ ਘਰ ਗਏ ਨਹੀਂ ਤੇ ਉਹਨੂੰ ਸੁਣਿਆ ਨਹੀਂ, ਤੇ ਫਿਰ ਤਾਂਹੀਓ ਕਹਿੰਦੇ ਫਿਰ ਵੀ ਤੁਸੀਂ ਕੀ ਪੜ੍ਹਦੇ ਕੀ ਗਾਉਂਦੇ, ਵੀ ਤੁਸੀਂ ਉਹ ਨਾਮ ਨੂੰ ਤਾਂ ਸੁਣਿਆ ਨਹੀਂ, ਉਹ ਹਰੀ ਦੀ ਕਥਾ ਨੂੰ ਤਾਂ ਸੁਣਿਆ ਨਹੀਂ ਹੈ। ਸੋ ਇਸ ਵਾਸਤੇ ਫਿਰ ਸਤਿਗੁਰੂ ਕਹਿੰਦੇ ਸਿਮਰਤ ਸਾਸਤ ਵੇਦ ਪਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਸ਼ੀਆਂ। ਵੀ ਜੋ ਸਾਡੇ ਅੰਦਰ ਨਾਮ ਜੋ ਮਾਲਕ ਬੋਲ ਰਹੀ, ਜੋ ਕਥਾ ਕਰ ਰਹੀ, ਜੇ ਅਸੀਂ ਉਹਨੂੰ ਨਹੀਂ ਸੁਣਿਆ, ਉਹ ਤੋਂ ਬਿਨਾਂ ਸਤਿਗੁਰੂ ਕਹਿੰਦੇ ਸਾਰਾ ਕੁਛ ਹੀ ਕੂੜ ਹੈ, ਬਾਹਰ ਨਾਸਵਾਨ ਹੈ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਉਹਨੂੰ ਸੁਣੋ, ਹਰੀ ਦੀ ਕਥਾ ਨੂੰ ਸੁਣੋ। ਤੇ ਕਿਵੇਂ ਸੁਣੀਏ? ਫਿਰ ਆਪਾਂ ਨੂੰ ਕਹਿੰਦੇ ਸੁਣਿਆ ਲਾਗੇ ਸਹਿਜ ਧਿਆਨ, ਵੀ ਸਹਿਜ ਵਿੱਚ ਜਾ ਕੇ ਤੁਸੀਂ ਧਿਆਨ ਦੇ ਨਾਲ ਸੁਣੋ। ਹੁਣ ਇੱਧਰ ਤ੍ਰੈ ਗੁਣਾਂ ਦੇ ਵਿੱਚ, ਵਿਚਾਰਾਂ ਦੇ ਵਿੱਚ, ਫੁਰਨਿਆਂ ਦੇ ਵਿੱਚ ਸਹਿਜ ਨਹੀਂ। ਫਰਮਾਉਂਦੇ ਕਰਮੀ ਸਹਿਜ ਨ ਉਪਜੇ, ਬਿਨ ਸਹਿਜੇ ਸਹਿਸਾ ਨਾ ਜਾਏ। ਕਿ ਮਨ ਦਾ ਕਰਮ ਕੀ ਹੈ? ਵਿਚਾਰ ਫੁਰਨੇ, ਜਾ ਜਾ ਕੇ ਵਿਚਾਰਾਂ ਵਿੱਚ, ਫੁਰਨਿਆਂ 'ਚ, ਇਹਨਾਂ ਵਿਚਾਰਾਂ ਫੁਰਨਿਆਂ 'ਚ ਸਹਿਜ ਨਹੀਂ। ਤੇ ਜਾ ਜਾ ਕੇ ਸਹਿਜ ਵਿੱਚ ਨਹੀਂ ਜਾਂਦਾ, ਇਹਦੇ ਸਹਿਸੇ ਫਿਕਰ ਇਹ ਖਤਮ ਨਹੀਂ ਹੁੰਦੇ, ਚਿੰਤਾਵਾਂ ਖਤਮ ਨਹੀਂ ਹੁੰਦੀਆਂ, ਦੁੱਖ ਖਤਮ ਨਹੀਂ ਹੁੰਦੇ। ਸੋ ਇਸ ਵਾਸਤੇ ਕਹਿੰਦੇ ਮਨ ਨੂੰ ਕਰਮ ਤੋਂ ਮੁਕਤ ਕਰੋ। ਕਰਮ ਤੋਂ ਕੀ? ਬਈ ਕਈ ਜੀਵ ਸਮਝ ਲੈਂਦੇ ਵੀ ਇਹ ਸ਼ਾਇਦ ਕਹਿੰਦੇ ਵੀ ਕਰਮ ਤੋਂ, ਬਈ ਆ ਸੰਸਾਰੀ ਜਿਹੜਾ ਅਸੀਂ ਕੰਮ ਕਰਦੇ ਹਾਂ ਵੀ ਇਹ ਕਰਮ ਨੂੰ ਛੱਡੋ। ਇਹ ਕੰਮ ਨਹੀਂ ਜਿਹੜਾ ਅਸੀਂ ਸੰਸਾਰੀ ਕਰਦੇ ਹਾਂ ਤਨ ਵਾਸਤੇ, ਇਹਦਾ ਆਪਾਂ ਕਰਨਾ ਹੀ ਕਰਨਾ। ਇਹ ਤਾਂ ਗੁਰੂ ਸਾਹਿਬਾਨ ਨੇ ਆਪਾਂ ਨੂੰ ਦੱਸਿਆ ਹੀ, ਉਹਨਾਂ ਨੇ ਆਪ ਵੀ ਕੀਤਾ। ਗੁਰੂ ਨਾਨਕ ਦੇਵ ਜੀ ਨੇ ਆਪ ਖੇਤੀ ਕੀਤੀ, ਜਿੰਨੇ ਭਗਤ ਸੀ ਭਗਤਾਂ ਨੇ ਕਰਮ ਕੀਤਾ। ਇਹ ਤਾਂ ਆਪਾਂ ਵੀ ਕਰਨਾ ਹੀ ਕਰਨਾ, ਜਿਹੜਾ ਤਨ ਵਾਸਤੇ ਕਰਦੇ ਹਾਂ। ਜਿਹੜਾ ਮਨ ਦਾ ਕਰਮ ਹੈ ਉਹ ਛੱਡਣਾ। ਜਿਹੜਾ ਮਨ ਅਵਰ ਕਾਜ ਕਰ ਰਹੀ ਹੈ ਉਹ ਅਵਰ ਕਾਜ ਛੱਡਣੇ ਨੇ, ਜਿਹੜੇ ਸਾਡੇ ਕਿਸੇ ਕੰਮ ਆਉਣ ਵਾਲੇ ਨਹੀਂ ਹੈ। ਜੋ ਮਾਰੇ ਰੋਈ ਫਰਮਾਉਂਦੇ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਬਈ ਇਹ ਜਿਹੜੇ ਤੂੰ ਵਿਚਾਰ ਲੈਣਾ, ਫੁਰਨੇ ਲੈਣਾ, ਇਹ ਅਵਰ ਕਾਜ ਨੇ। ਇਹ ਅਵਰ ਕਾਜ ਜਦ ਤੱਕ ਤੂੰ ਕਰਦਾ ਇਹਨਾਂ ਦੇ ਵਿੱਚ ਸਹਿਜ ਨਹੀਂ ਹੈ। ਕਿਸੇ ਦੇ ਨਾਲ ਵੈਰ ਵਿਰੋਧ ਕਰਨਾ, ਕਿਸੇ ਦੀ ਨਿੰਦਿਆ ਕਰਨੀ, ਚਿੰਤਾ ਕਰਨੀ, ਫਿਕਰ ਕਰਨਾ,
ਫਿੱਕਾ ਬੋਲਣਾ, ਇਹ ਸਭ ਅਵਰ ਕਾਜ ਨੇ। ਤੇ ਸਤਿਗੁਰੂ ਕਹਿੰਦੇ ਵੀ ਜਦ ਤੱਕ ਅਵਰ ਕਾਜ, ਇਹ ਮਨ ਦਾ ਕਰਮ, ਜਦ ਤੱਕ ਇਹ ਕਰਮਾਂ ਦੇ ਵਿੱਚ ਤੇ ਉਹਨਾਂ ਸਮਾਂ ਇਹ ਸਹਿਜ ਵਿੱਚ ਨਹੀਂ ਜਾਏਗਾ। ਹੁਣ ਇਹਨਾਂ ਕਰਮਾਂ ਦੀ ਹੀ ਮਨ ਦੇ ਉੱਤੇ ਮੈਲ ਚੜ੍ਹਦੀ, ਵਿਚਾਰਾਂ ਦੀ, ਫੁਰਨਿਆਂ ਦੀ। ਇਹਨਾਂ ਨੂੰ ਹੀ, ਵਿਚਾਰਾਂ ਨੂੰ ਹੀ, ਇਹਨਾਂ ਨੂੰ ਪਾਪ ਕਹਿ ਦਿੱਤਾ। ਇਹ ਪਾਪਾਂ ਦੀ ਮੈਲ ਮਨ ਦੇ ਉੱਤੇ ਚੜ੍ਹਦੀ। ਸੋ ਇਸ ਵਾਸਤੇ ਕਹਿੰਦੇ ਵੀ ਜਦ ਤੱਕ ਇਹ ਮਨ ਕਰਮ ਕਰਦਾ ਉਹਨਾਂ ਸਮਾਂ ਇਹ ਸਹਿਜ ਵਿੱਚ ਨਹੀਂ ਜਾਏਗਾ। ਵੀ ਇਹਦੇ ਅਵਰ ਕਾਜੇ ਤੋਂ ਛਡਾਓ। ਕਰੀਏ ਕੀ? ਕਹਿੰਦੇ ਇਹਨਾਂ ਨੂੰ ਛੱਡ ਕੇ ਤੇ ਇਸ ਮਨ ਨੂੰ ਸਿਮਰਨ ਤੇ ਲਾਓ। ਇੱਕੋ ਹੀ ਕਾਰਜ ਕਰੇ। ਰਮਾਉਂਦੇ ਰਾਮ ਰਾਮ ਬੋਲ, ਰਾਮ ਰਾਮ ਤਿਆਗੋ ਮਨ ਕੇ ਸਗਲ ਕਾਮ। ਮਹਾਰਾਜ ਕਹਿੰਦੇ ਵੀ ਬੋਲਣਾ ਕੀ ਹੈ? ਇਹ ਜਿਹੜਾ ਵਾਹਿਗੁਰੂ ਬੋਲਦੇ ਆ, ਸਿਮਰਨ ਕਰਦੇ ਆ, ਵੀ ਇਹ ਬੋਲੋ ਤੇ ਬਾਕੀ ਕੰਮ ਜਿਹੜੇ ਉਹ ਛੱਡ ਦਿਓ ਮਨ ਦੇ। ਵੀ ਜਿਹੜਾ ਅਸੀਂ ਐਵੇਂ ਹੀ ਚਿੰਤਾ ਕਰੀ ਜਾ ਰਹੇ ਹਾਂ, ਫਿਕਰ ਕੀਤੀ ਜਾਂਦੇ ਹਾਂ, ਕਿਸੇ ਦੀ ਨਿੰਦਿਆ ਕੀਤੀ ਜਾਂਦੇ ਜਾਂ ਕਿਸੇ ਦੀ ਨਿੰਦਿਆ ਸੁਣੀ ਜਾਂਦੇ ਹਾਂ, ਕਿਸੇ ਦੇ ਔਗਣ ਫਰੋਲੀ ਜਾਂਦੇ, ਉਹਨਾਂ ਔਗਣਾਂ ਦੀ ਸਾਂਝ ਪਾਈ ਜਾਂਦੇ, ਇਹ ਸਭ ਅਵਰ ਕਾਜ। ਇਹਨਾਂ ਨੂੰ ਛੱਡ ਕੇ ਅਵਰ ਕਾਜਾਂ ਨੂੰ, ਮਨ ਦਾ ਕਰਮ ਜਿਹੜਾ ਅਸਲ ਉਹ ਕਰੋ, ਵੀ ਮਨ ਨੂੰ ਸਿਮਰਨ ਦੇ ਉੱਤੇ ਲਾਓ। ਜਦੋਂ ਇਹ ਮਨ ਸਿਮਰਨ ਕਰੇਗਾ ਫਿਰ ਇਹ ਸਹਿਜ ਵਿੱਚ ਜਾਏਗਾ। ਜਦੋਂ ਇਹ ਸਹਿਜ ਵਿੱਚ ਜਾਏਗਾ ਤੇ ਸਾਡਾ ਅੰਦਰਲਾ ਗੁਰਦੁਆਰਾ ਜਿਹੜਾ ਉਹਨੂੰ ਹੀ ਫਿਰ ਸਹਿਜ ਘਰ ਦਾ ਨਾਮ ਦਿੱਤਾ। ਫਿਰ ਅਸੀਂ ਆਪਦੇ ਘਰ ਚਲੇ ਜਾਵਾਂਗੇ। ਜਦੋਂ ਘਰ ਚਲੇ ਗਏ ਅਸੀਂ ਗੁਰਦੁਆਰੇ 'ਚ ਚਲੇ ਗਏ, ਜਿਹਦੇ ਵਿੱਚ ਸਾਨੂੰ ਸਤਿਗੁਰੂ ਰੋਜ਼ ਬੁਲਾਉਂਦੇ ਨੇ। ਇਹਨਾਂ ਗੁਰਦੁਆਰੇ ਨੂੰ ਨਿਜ ਮਹਿਲ ਕਹਿੰਦੇ। ਤੇ ਆਪਾ ਪੜ੍ਹਦੇ ਰੋਜ਼, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏ ਗੋਬੇਰਾ। ਵੀ ਜਦੋਂ ਅਸੀਂ ਨਿਜ ਮਹਿਲ 'ਚ ਚਲੇ ਗਏ ਸਾਡਾ ਦੁਬਾਰਾ ਫੇਰਾ ਨਹੀਂ ਹੋਣਾ, ਸਾਨੂੰ ਦੁਬਾਰਾ ਜੂਨਾਂ 'ਚ ਨਹੀਂ ਆਉਣਾ ਪੈਣਾ। ਕਿਉਂਕਿ ਉਹ ਨਿਜ ਮਹਿਲ 'ਚ ਕਥਾ ਹੋ ਰਹੀ, ਅਮਰ ਕਥਾ, ਅਸੀਂ ਉਹ ਕਥਾ ਨੂੰ ਸੁਣ ਕੇ ਅਮਰ ਹੋ ਜਾਣਾ ਤੇ ਅਸੀਂ ਦੁਬਾਰਾ ਆਉਣਾ ਕੋਈ ਨਹੀਂ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਉਹ ਘਰ ਵਿੱਚ ਜਾਣ ਵਾਸਤੇ ਸਹਿਜ ਵਿੱਚ ਜਾਣਾ ਪਏਗਾ। ਸਹਿਜ ਹੀ ਆਪਣਾ ਘਰ ਹੈ ਤੇ ਇਹ ਕਰਮ ਸਾਨੂੰ ਸਹਿਜ 'ਚ ਜਾਣ ਨਹੀਂ ਦਿੰਦੇ। ਕਰਮ ਕੀ ਇਹ ਵਿਚਾਰ ਸਾਨੂੰ ਸਹਿਜ ਵਿੱਚ ਨਹੀਂ ਜਾਣ ਦਿੰਦੇ। ਸੋ ਇਸ ਕਰਕੇ ਫਿਰ ਕਹਿੰਦੇ ਵੀ ਇਹ ਅਵਰ ਕਾਜ ਕਿਸੇ ਕੰਮ ਆਉਣ ਵਾਲੇ ਨਹੀਂ। ਤੁਸੀਂ ਇਹ ਅਵਰ ਕਾਜ ਹੀ ਨਾ ਕਰੀ ਚੱਲੋ, ਤੁਸੀਂ ਆਪਦਾ ਘਰ ਦਾ ਕੰਮ ਕਰੋ। ਹੁਣ ਕਿਉਂ ਨਹੀਂ ਸਾਡਾ ਮਨ ਇਹ ਸਹਿਜ ਵਿੱਚ ਜਾ ਰਿਹਾ? ਕਿਉਂਕਿ ਅਵਰ ਕਾਜ ਛੱਡਦਾ ਤਾਂ ਨਹੀਂ ਘਰ ਜਾਂਦਾ। ਜੇ ਅਵਰ ਕਾਜ ਛੱਡ ਦੇਵੇ ਫਿਰ ਤਾਂ ਹੋਰ ਕੋਈ ਥਾਂ ਹੀ ਨਹੀਂ ਇੱਥੇ ਰੁਕਣ ਨੂੰ। ਫਿਰ ਤਾਂ ਸਿੱਧੇ ਹੀ ਸਹਿਜ 'ਚ ਜਾਊ, ਤਾਂ ਹੋਰ ਕੋਈ ਘਰ ਹੀ ਨਹੀਂ ਹੈ ਵੀ ਜਿੱਥੇ ਜਾਵੇ। ਜ਼ਿਆਦਾ ਹੀ ਅਵਰ ਕਾਜ ਕਰਦਾ ਫੇਰ ਘਰ ਨਹੀਂ ਜਾਂਦਾ। ਜਦੋਂ ਅਸੀਂ ਜਿਉਂ ਹੀ ਅਵਰ ਕਾਜ ਛੱਡੇ ਤੇ ਸਿੱਧਾ ਹੀ ਸਾਡਾ ਘਰ ਹੈ, ਸਿੱਧਾ ਹੀ ਸਹਿਜ ਵਿੱਚ ਚਲਾ ਜਾਣਾ ਇਹਨੇ, ਸਿੱਧਾ ਹੀ ਗੁਰਦੁਆਰੇ ਜਾਣਾ, ਹੋਰ ਕਿਤੇ ਰਾਹ 'ਚ ਰੁਕਣਾ ਹੀ ਨਹੀਂ। ਰੁਕਾਵਟ ਕੀ ਹੈ? ਰੁਕਾਵਟ ਇਹੀ ਬਈ ਅਵਰ ਕਾਜ। ਜਿਵੇਂ ਹੁਣ ਆਪਾਂ ਚੱਲੀਏ ਘਰੋਂ ਵੀ ਅਸੀਂ ਗੁਰਦੁਆਰੇ ਚੱਲੇ ਹਾਂ ਤੇ ਗੁਰਦੁਆਰੇ ਪਹੁੰਚਣ ਤੋਂ ਪਹਿਲਾਂ ਅਸੀਂ ਹੋਰ ਕੋਈ ਕੰਮ ਕਰਨ ਲੱਗ ਜਾਈਏ ਰਾਹ 'ਚ, ਤੇ ਜਦੋਂ ਅਸੀਂ ਹੋਰ ਕੰਮ ਕਰਨ ਲੱਗੇ ਅਸੀਂ ਗੁਰਦੁਆਰੇ ਨਹੀਂ ਪਹੁੰਚਣਾ, ਅਸੀਂ ਇੱਥੇ ਆ ਨਹੀਂ ਸਕਦੇ। ਕਿਉਂਕਿ ਅਸੀਂ ਰਾਹ 'ਚ ਹੀ ਰੁਕ ਗਏ, ਅਸੀਂ ਰਾਹ 'ਚ ਹੀ ਹੋਰ ਕੰਮ ਕਰਨ ਲੱਗੇ, ਕਿਸੇ ਕੋਲ ਖੜ ਗਏ ਉੱਥੇ ਗੱਲਾਂ ਕਰਨ ਲੱਗੇ, ਜਾਂ ਕੋਈ ਹੋਰ ਰਾਹ 'ਚ ਕੰਮ ਕਰਨ ਲੱਗੇ ਤੇ ਉੱਥੇ ਹੀ ਰੁਕ ਜਾਣਾ। ਇਸੇ ਤਰ੍ਹਾਂ ਹੀ ਸਾਡਾ ਮਨ ਹੈ। ਸਾਡਾ ਮਨ ਹੁਣ ਗੁਰਦੁਆਰੇ ਕਿਉਂ ਨਹੀਂ ਪਹੁੰਚਦਾ? ਕਿਉਂਕਿ ਰਾਹ 'ਚ ਹੀ ਖੜ ਜਾਂਦਾ, ਇਹ ਹੋਰ ਕੰਮ ਕਰਨ ਲੱਗ ਜਾਂਦਾ। ਕਿਸੇ ਦੀ ਨਿੰਦਿਆ ਕਰਨ ਲੱਗ ਗਏ, ਕਿਸੇ ਨਾਲ ਵੈਰ ਵਿਰੋਧ ਕਰ ਲਿਆ, ਕੋਈ ਚਿੰਤਾ ਲੱਗ ਗਈ ਉਹ ਚਿੰਤਾ ਕਰੀ ਗਏ, ਕੋਈ ਫਿਕਰ ਆ ਗਿਆ ਉਹ ਫਿਕਰ ਕਰਨ ਲੱਗ ਗਏ।
ਇਹਨੂੰ ਕਹਿੰਦੇ ਅਵਰ ਕਾਜ। ਤੇ ਇਹ ਅਵਰ ਕਾਜ ਕਰਨ ਲੱਗ ਜਾਂਦਾ ਤੇ ਰਸਤੇ 'ਚ ਹੀ ਰੁਕ ਜਾਂਦਾ, ਗੁਰਦੁਆਰੇ ਪਹੁੰਚਦਾ ਹੀ। ਸੋ ਇਸ ਕਰਕੇ ਫਿਰ ਸਤਿਗੁਰੂ ਸਾਨੂੰ ਕਹਿੰਦੇ ਵੀ ਤੁਸੀਂ ਇਹਨਾਂ ਜਦੋਂ ਅਵਰ ਕਾਜਾਂ ਨੂੰ ਛੱਡ ਦਿੱਤਾ ਤੇ ਫਿਰ ਤੁਸੀਂ ਸਿੱਧਾ ਹੀ ਗੁਰਦੁਆਰੇ ਜਾਓਗੇ, ਹੋਰ ਕਿਤੇ ਰੁਕਣਾ ਹੀ ਨਹੀਂ। ਕਿਉਂਕਿ ਰੁਕਾਵਟ ਕੀ ਹੈ? ਰੁਕਾਵਟ ਹੀ ਹੈ ਵਿੱਚ ਕਰਮ, ਮਨ ਦਾ ਵਿਚਾਰ ਫੁਰਨੀ, ਇਹੋ ਰੁਕਾਵਟ ਹੈ। ਇਹ ਵਿਚਾਰਾਂ ਨੂੰ ਹੀ ਕੂੜ ਦੀ ਪਾਲ ਕਹਿੰਦੇ। ਇਹਨਾਂ ਵਿਚਾਰਾਂ ਨੂੰ ਹੀ ਭਰਮ ਦਾ ਪੜਦਾ, ਕਾਲ ਦਾ ਜਾਲ ਕਹਿੰਦੇ। ਸਾਨੂੰ ਘਰ ਦੇ ਵਿੱਚੋਂ ਗੁਰਦੁਆਰੇ ਜਾਣ ਤੋਂ ਰੋਕਣ ਵਾਸਤੇ ਕਾਲ ਨੇ ਵਿੱਚ ਇਹ ਦੀਵਾਰ ਖੜੀ ਕੀਤੀ ਹੋਈ ਹੈ ਵੀ ਇਹ ਅੰਦਰ ਨਾ ਜਾ ਪਾਉਣ, ਪ੍ਰਵੇਸ਼ ਨਾ ਹੋ ਜਾਣ ਘਰ ਦੇ ਵਿੱਚ। ਤੇ ਇਸੇ ਵਰਤਾਈ ਆਪਾਂ ਪੜ੍ਹਦੇ ਰੋਜ਼ ਗੁਰੂ ਨਾਨਕ ਦੇਵ ਜੀ ਫਰਮਾਉਂਦੇ, ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਵਾਲ। ਬਈ ਅਸੀਂ ਕਿਵੇਂ ਸਚਿਆਰ ਹੋਈਏ, ਸਾਡਾ ਮਨ ਕਿਵੇਂ ਸਚਿਆਰਾ ਹੋਵੇ ਤੇ ਕੂੜ ਦੀ ਵਾਲ ਕਿਵੇਂ ਟੁੱਟੇ। ਤੇ ਉਹਦੇ ਵਾਸਤੇ ਫਿਰ ਆਪਾਂ ਨੂੰ ਦੱਸਦੇ ਵੀ ਇਹ ਕੂੜ ਦੀ ਪਾਲ ਨੂੰ ਤੋੜਨ ਵਾਸਤੇ ਇਹ ਗੁਰੂ ਦਾ ਸ਼ਬਦ ਬਾਣ ਹੈ। ਜਦੋਂ ਅਸੀਂ ਇਹ ਬਾਣ ਮਾਰਾਂਗੇ ਤੇ ਫਿਰ ਇਹ ਦੀਵਾਰ ਟੁੱਟੇਗੀ। ਤੇ ਜਦੋਂ ਦੀਵਾਰ ਟੁੱਟ ਗਈ ਸਾਡਾ ਵਾਸਾ ਸਿੱਧਾ ਹੀ ਨਿਜਗਰ ਹੋ ਜਾਣਾ 10ਵੇਂ ਦੀਵਾਰ ਵਿੱਚ, ਜਿਹਨੂੰ ਸ਼ੈਪੁਰੀ ਦਾ ਵੀ ਨਾਮ ਦਿੱਤਾ। ਮਾਰੇ ਫਰਮਾਉਂਦੇ, ਗੁਰ ਕੇ ਬਾਣ ਬਜਰ ਕਲ ਛੇਦੀ, ਪ੍ਰਗਟਿਆ ਪਦ ਪ੍ਰਗਾਸਾ, ਸਗਤ ਅੰਧੇਰ ਜੇਵੜੀ ਭਰਮ ਚੂਕਨ, ਨਿਚਲ ਸ਼ਿਵ ਘਰ ਵਾਸਾ। ਕਿ ਸਾਡੇ ਮਨ ਦਾ ਵਾਸਾ ਨਿਸ਼ਚਲ ਘਰ ਦੇ ਵਿੱਚ ਹੋ ਜਾਣਾ, ਸ਼ੈਪੁਰੀ ਵਿੱਚ ਹੋ ਜਾਣਾ। ਸ਼ਿਵ ਮਾਲਕ ਨੂੰ ਆਖੀਏ ਵੀ ਜਿੱਥੇ ਸ਼ਿਵ, ਜਿੱਥੇ ਪਰਮਾਤਮਾ ਬੈਠੇ, ਸਾਡੇ ਮਨ ਦਾ ਵੀ ਵਾਸਾ ਉੱਥੇ ਹੋ ਜਾਣਾ। ਵੀ ਜਿਸ ਗੁਰਦੁਆਰੇ ਵਿੱਚ ਮਾਲਕ ਬੈਠੇ, ਅਸੀਂ ਵੀ ਉਹ ਗੁਰਦੁਆਰੇ 'ਚ ਜਾ ਕੇ ਬੈਠ ਜਾਣਾ ਉੱਥੇ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਉੱਥੇ ਜਾਣ ਵਾਸਤੇ ਵੀ ਜਿਹੜੀ ਰਸਤੇ 'ਚ ਰੁਕਾਵਟ ਦੀਵਾਰ ਹੈ, ਇਹਨੇ ਵਿਚਾਰ ਫੁਰਨੀ। ਤੇ ਇਸ ਦੀਵਾਰ ਨੂੰ ਤੋੜਨ ਵਾਸਤੇ ਹੁਣ ਗੁਰੂ ਦਾ ਸ਼ਬਦ ਇਹ ਬਾਣ ਹੈ। ਜਦੋਂ ਇਹ ਆਪਾਂ ਸਿਮਰਨ ਕਰਦੇ ਹਾਂ, ਆਪਾਂ ਇਹ ਬਾਣ ਮਾਰਦੇ ਹਾਂ ਤੇ ਫਿਰ ਇਹ ਦੀਵਾਰ ਟੁੱਟਣੀ। ਆਓ ਹੁਣ ਇਸ ਦੀਵਾਰ ਨੂੰ ਤੋੜਨ ਵਾਸਤੇ, ਗੁਰਦੁਆਰੇ ਵਿੱਚ ਅੰਦਰ ਪ੍ਰਵੇਸ਼ ਹੋਣ ਵਾਸਤੇ ਸਤਿਗੁਰੂ ਆਪਾਂ ਨੂੰ ਜੋ ਇਹ ਸਾਸ ਗਿਰਾ ਸਿਮਰਨ ਦੱਸਦੇ, ਕਹਿੰਦੇ ਵੀ ਇਹ ਬਾਣ ਮਾਰੋ ਤਾਂ ਕਿ ਇਹ ਦੀਵਾਰ ਟੁੱਟੇ ਤੇ ਅਸੀਂ ਆਪਦੇ ਘਰ ਸਿੱਧਾ ਹੀ ਅਸੀਂ ਗੁਰਦੁਆਰੇ ਵਿੱਚ ਚਲੇ ਜਾਈਏ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਇਸ ਤਰੀਕੇ ਨਾਲ ਗੁਰਮੁਖੋ ਆਪਾਂ ਇਹ ਸਿਮਰਨ ਕਰਦੇ ਹਾਂ, ਫਿਰ ਗੁਰਦੁਆਰੇ ਜਾਣ ਵਿੱਚ ਕੋਈ ਰੁਕਾਵਟ ਨਹੀਂ, ਕੋਈ ਵਿਘਨ ਨਹੀਂ। ਇੱਦਾਂ ਹੀ ਅਸੀਂ ਆਪਦੇ ਘਰ ਨਿੱਜ ਮਹਿਲ 'ਚ ਗੁਰਦੁਆਰੇ 'ਚ ਚਲੇ ਜਾਵਾਂਗੇ। ਰੁਕਾਵਟ ਉਦੋਂ ਹੈ, ਵਿਘਨ ਉਦੋਂ ਹੈ ਜਦੋਂ ਅਸੀਂ ਵਿਚਾਰਾਂ 'ਚ ਪੈ ਗਏ। ਫਿਰ ਸਮਝ ਲਓ ਅਸੀਂ ਰੁਕ ਗਏ। ਵੀ ਚੱਲੇ ਸੀ ਘਰ ਨੂੰ, ਚੱਲੇ ਸੀ ਗੁਰਦੁਆਰੇ ਨੂੰ, ਜਦੋਂ ਵਿਚਾਰਾਂ 'ਚ ਪੈ ਗਏ, ਹੋਰ ਕੰਮ ਕਰਨ ਲੱਗ ਗਏ ਤੇ ਉਧਰੋਂ ਰਸਤਾ ਬੰਦ ਹੋ ਗਿਆ ਤੇ ਖੜ ਗਏ ਵਿੱਚ ਹੀ। ਇਸ ਲਈ ਬਾਬਾ ਕਬੀਰ ਜੀ ਦੱਸਦੇ, ਕਹਿੰਦੇ ਕਬੀਰ ਸਿੱਖ ਸਾਖਾ ਬਹੁਤੇ ਕੀਏ, ਕੇਸੋ ਕੀਓ ਨਮੀਤ, ਚਾਲੇ ਤੇ ਹਰ ਮਿਲਣ ਕੋ ਬੀਚੇ ਅਟਕਿਓ ਚੀਤ। ਵੀ ਚੱਲੇ ਤਾਂ ਅਸੀਂ ਪਰਮਾਤਮਾ ਨੂੰ ਮਿਲਣ ਵਾਸਤੇ, ਘਰ ਨੂੰ ਚੱਲੇ ਸੀ, ਗੁਰਦੁਆਰੇ ਨੂੰ ਚੱਲੇ ਸੀ, ਪਰ ਉਹ ਚਿੱਤ ਵਿੱਚ ਹੀ ਅਟਕ ਗਏ, ਵਿੱਚ ਹੀ ਰੁਕ ਗਏ। ਕਦੋਂ? ਉਹ ਵਿੱਚ ਹੀ ਅਵਰਗਾਜ ਕਰਨੇ ਸ਼ੁਰੂ ਕਰਤੇ। ਸੋ ਇਸ ਵਾਸਤੇ ਫਿਰ ਇਹ ਆਪਾਂ ਨੂੰ ਨਾਲ ਨਾਲ ਗਿਆਨ ਦਿੱਤਾ ਸਤਿਗੁਰਾਂ ਨੇ, ਬਈ ਇੱਕ ਵਾਰ ਅਸੀਂ ਆਪਦੇ ਘਰ ਚਲੇ ਜਾਈਏ। ਉਹ ਘਰ ਦਾ, ਉਹ ਗੁਰਦੁਆਰੇ ਦਾ ਸੁੱਖ, ਉੱਥੇ ਦਾ ਆਨੰਦ ਸਾਡਾ ਮਨ ਦੇਖ ਲਵੇ, ਉਹ ਆਨੰਦ ਨੂੰ ਮਾਣ ਲਵੇ। ਮੇਰੇ ਵਾਰ-ਵਾਰ ਉੱਥੇ ਹੀ ਜਾਂਦਾ ਵੀ ਜਿਹੜਾ ਸੁੱਖ ਮੇਰੇ ਅੰਦਰ ਗੁਰਦੁਆਰੇ ਹੈ, ਵੀ ਮੈਂ ਤਾਂ ਉੱਥੇ ਹੀ ਰਹਾਂ। ਫਿਰ ਅਗਲਾ ਤਾਂ ਇਹਦਾ ਉੱਥੋਂ ਉੱਠਣ ਨੂੰ ਚਿੱਤ ਹੀ ਨਹੀਂ ਕਰਦਾ, ਜਾਣ ਨੂੰ, ਬਈ ਮੈਂ ਬਾਹਰ ਜਾਵਾਂ। ਪਰ ਫਿਰ ਵੀ ਮਾਲਕ ਕਹਿੰਦੇ ਵੀ ਚਲੋ ਜਾਇਓ। ਜਿਵੇਂ ਬੱਚਾ ਘਰੇ ਹੁੰਦਾ ਹੈ, ਘਰੇ ਬੈਠਾ ਰਹਿੰਦਾ ਤੇ ਮਾਂ ਪਿਓ ਕਹਿੰਦੇ ਵੀ ਚਲੋ ਥੋੜ੍ਹਾ ਕਿਰਤ ਕਰ ਲਾ, ਕੰਮ ਕਰ ਲਾ। ਇਸੇ ਤਰ੍ਹਾਂ ਹੀ ਫਿਰ ਮਨ ਨੂੰ ਕਹਿੰਦੇ ਵੀ ਤੁਸੀਂ ਜਾਇਓ, ਵੀ ਥੋੜ੍ਹਾ ਘੁੰਮ ਫਿਰ ਆਓ, ਵੀ ਦਰਸ਼ਕ ਬਣ ਕੇ ਚਲੇ ਜਾਓ। ਚਲੋ ਉੱਥੇ ਜਾ ਕੇ ਖੇਲ ਦੇਖ ਲਿਓ ਵੀ ਕਿਵੇਂ ਚੱਲਦਾ।
ਤੇ ਉਹ ਗੁਰਮੁਖ ਫਿਰ ਥੋੜ੍ਹਾ ਸਮਾਂ ਹੀ ਇੱਧਰ ਆਉਂਦੇ ਤੇ ਆ ਕੇ ਦਰਸ਼ਕ ਬਣ ਕੇ ਦੇਖਦੇ ਰਹਿੰਦੇ ਤੇ ਮੁੜ ਕੇ ਫਿਰ ਜਦੋਂ ਸਮਾਂ ਮਿਲਿਆ ਫਿਰ ਵਿੱਚ ਦੀ ਘਰੇ ਚਲੇ ਜਾਂਦੇ, ਫਿਰ ਆ ਜਾਂਦੇ ਜਾਂ ਦਰ 'ਤੇ ਬੈਠੇ ਰਹਿੰਦੇ, ਦਰ 'ਤੇ ਬੈਠੇ ਦੇਖਦੇ ਰਹਿੰਦੇ ਖੇਡ ਨੂੰ, ਜਿਵੇਂ ਮਾਲਕ ਦੇਖਦਾ ਉਵੇਂ ਦਰਸ਼ਕ ਬਣ ਕੇ ਉਹ ਬੈਠ ਜਾਂਦੇ, ਉਹ ਵੀ ਦੇਖੀ ਜਾਂਦੇ। ਸੋ ਫੇਰ ਜਾਣੀ ਦੀ ਸਾਡਾ ਜਿਹੜਾ ਮਨ ਹੈ ਉਹੀਓ ਸੁੱਖ, ਉਹੀਓ ਆਨੰਦ ਭਾਲਦਾ ਵੀ ਉਹ ਸੁੱਖ ਆਨੰਦ ਬਣੇ ਹੀ ਰਵੇ ਜਿਹੜਾ ਮੇਰੇ ਘਰ ਦੇ ਵਿੱਚ। ਫਿਰ ਜੇ ਇੱਧਰ ਆਉਂਦਾ ਵੀ ਹੈ ਫਿਰ ਇਹ ਆਪਦੇ ਆਪ ਹੀ ਸਿਮਰਨ ਕਰਦਾ ਰਹਿੰਦਾ, ਫਿਰ ਇਹਨੂੰ ਕਹਿਣ ਦੀ ਲੋੜ ਨਹੀਂ ਪੈਂਦੀ। ਇਸ ਅਵਸਥਾ 'ਚ ਸਤਿਗੁਰੂ ਫਰਮਾਉਂਦੇ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਉਹ ਨਾਨਕ ਗੁਰ ਮੰਤਰ ਦ੍ਰਿੜਾਇਆ। ਵੀ ਜਦੋਂ ਅਸੀਂ ਆਪਦੇ ਘਰ ਦਾ ਸੁੱਖ ਦੇਖ ਲਿਆ, ਘਰ ਦੇ ਵਿੱਚ ਉਹ ਸੁੱਖ ਨੂੰ ਮਾਣ ਲਿਆ, ਉਹ ਆਨੰਦ ਨੂੰ ਮਾਣ ਲਿਆ, ਫਿਰ ਘਰ ਤੋਂ ਬਾਹਰ ਆਵਾਂਗੇ ਉਹੀਓ ਸੁੱਖ ਫਿਰ ਬਾਹਰ ਭਾਲਾਂਗੇ ਤੇ ਫਿਰ ਉਹ ਸੁੱਖ ਲੈਣ ਵਾਸਤੇ ਸਾਨੂੰ ਸਿਮਰਨ ਕਰਨਾ ਪਏ ਤੇ ਉਹ ਆਨੰਦ ਫਿਰ ਸਾਡਾ ਇੱਧਰ ਵੀ ਬਣਿਆ ਰਹਿਣਾ। ਘਰੇ ਜਦੋਂ ਚਲੇ ਗਏ ਗੁਰਦੁਆਰੇ ਉੱਥੇ ਸਿਮਰਨ ਦੀ ਲੋੜ ਨਹੀਂ, ਉੱਥੇ ਤਾਂ ਮਾਲਕ ਕਥਾ ਕਰ ਰਹੀ, ਫਿਰ ਅਸੀਂ ਉਹ ਕਥਾ ਨੂੰ ਸੁਣੀ ਜਾਣਾ ਤੇ ਉਸ ਕਥਾ ਨੂੰ ਸੁਣ ਕੇ ਸਾਡੇ ਦੁੱਖ ਪਾਪਾਂ ਦੀ ਮੈਲ ਜਿਹੜੀ ਮਾੜੀ ਮੋਟੀ ਇੱਧਰ ਲੱਗ ਜਾਂਦੀ ਹੈ ਤੇ ਉਹ ਵੀ ਲੈ ਜਾਂਦੀ। ਸੋ ਇਸ ਵਾਸਤੇ ਫਿਰ ਇਹ ਆਪਾਂ ਨੂੰ ਸਤਿਗੁਰਾਂ ਨੇ ਸਮਝਾਇਆ ਵੀ ਜਦੋਂ ਆਪਾਂ ਫਿਰ ਇਸ ਮਾਰਗ ਦੇ ਉੱਤੇ ਚੱਲਾਂਗੇ, ਚੱਲਦੇ ਹੋਏ ਫਿਰ ਲਗਾਤਾਰ ਅਭਿਆਸ ਕਰਦੇ ਰਵਾਂਗੇ ਤੇ ਮਾਲਕ ਫਿਰ ਸਾਡੀ ਜ਼ਰੂਰ ਇੱਜ਼ਤ ਪੱਤ ਰੱਖਦਾ। ਇਸੇ ਤਰ੍ਹਾਂ ਹੀ ਫਿਰ ਗੁਰਮੁਖ ਜਦੋਂ ਲਗਾਤਾਰ ਇੱਧਰ ਅਭਿਆਸ ਕਰਦੇ ਰਹਿੰਦੇ ਤੇ ਫਿਰ ਜਦੋਂ ਆਪਦੇ ਘਰ ਸਦਾ ਵਾਸਤੇ ਜਾਂਦੇ ਤੇ ਉੱਥੇ ਗਿਆਨ ਨੂੰ ਹੀ ਫਿਰ ਮਾਲਕ ਸ਼ਾਬਾਸ਼ ਦਿੰਦਾ ਤੇ ਕਹਿੰਦਾ ਤੁਸੀਂ ਧੰਨ ਜੋ ਤੁਸੀਂ ਇਹ ਖੇਲ ਨੂੰ ਜਿੱਤ ਕੇ ਆਏ। ਮਾਰੇ ਫਰਮਾਉਂਦੇ ਜੋ ਜਨ ਹਰ ਪ੍ਰਭ ਹਰ ਹਰ ਸ਼ਰਨ, ਤਿਨ ਦਰਗੇ ਹਰ ਹਰ ਦੇ ਵਡਿਆਈ। ਧੰਨ ਧੰਨ ਸ਼ਾਬਾਸ਼ ਕਹੀ ਪ੍ਰਭ ਜਨ ਕੋ, ਜਨ ਨਾਨਕ ਮੇਲ ਲਈ ਗੱਲ ਲਈ। ਤੇ ਉੱਥੇ ਫਿਰ ਗੁਰਮੁਖਾਂ ਨੂੰ ਗਲ ਨਾਲ ਲਾ ਲੈਂਦਾ ਤੇ ਆਪਦੇ 'ਚ ਸਮਾ ਲੈਂਦਾ ਤੇ ਉੱਥੇ ਹੀ ਫਿਰ ਗੁਰਮੁਖਾਂ ਨੇ ਪ੍ਰੇਮ 'ਚ ਆ ਕੇ ਪ੍ਰੇਮ ਪਟੋਲਾ ਤੈਸੇ ਦਿੱਤਾ ਢੱਕਣ ਕੂ ਪਤ ਮੇਰੀ, ਵੀ ਤੁਸੀਂ ਸਾਡੀ ਇੱਜ਼ਤ ਪੱਤ ਢੱਕ ਲਈ, ਸਾਡੇ ਮਨ ਦਾ ਜਿਹੜਾ ਉਹ ਨਗਨ ਨਹੀਂ ਹੋਣ ਦਿੱਤਾ। ਸੋ ਇਸ ਵਾਸਤੇ ਹੁਣ ਆਪਾਂ ਵੀ ਵੱਧ ਤੋਂ ਵੱਧ ਸਿਮਰਨ ਕਰਨਾ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ ਖੋਜਣਾ, ਵੱਧ ਤੋਂ ਵੱਧ ਸਤਸੰਗਤ ਕਰਨੀ ਤੇ ਅੰਦਰ ਗੁਰਦੁਆਰੇ ਜਾਣ ਵਾਸਤੇ ਇਹ ਵੱਧ ਤੋਂ ਵੱਧ ਹੀ ਆਪਾਂ ਅਭਿਆਸ ਕਰਨਾ। ਇਹ ਜੋ ਸਾਰਾ ਭੇਦ ਸਾਰਾ ਗਿਆਨ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਗੁਰਮੁਖ ਜਨਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਕਿ ਜੋ ਸਾਡੇ ਜੀਵਨ ਦਾ ਅਸਲ ਮਨੋਰਥ ਅਸਲ ਮਕਸਦ ਹੈ ਅੰਦਰਲੇ ਗੁਰਦੁਆਰੇ ਜਾਣਾ, ਕਿਵੇਂ ਅਸੀਂ ਜਾ ਸਕਦੇ ਹਾਂ, ਰਸਤੇ 'ਚ ਕਿਹੜੀਆਂ ਰੁਕਾਵਟਾਂ, ਉਹ ਰੁਕਾਵਟਾਂ ਨੂੰ ਕਿਵੇਂ ਪਾਰ ਕਰਨਾ, ਉਹੀਓ ਫਿਰ ਆਪਾਂ ਗਿਆਨ ਨੂੰ ਵਾਰ-ਵਾਰ ਦ੍ਰਿੜ ਕਰਦੇ ਹਾਂ ਤਾਂ ਕਿ ਸਾਡੇ ਮਨ ਨੂੰ ਇਹ ਸੋਝੀ ਆ ਜੀ, ਗਿਆਨ ਹੋ ਜੀ ਤੇ ਅਵਰਕਾ ਛੱਡ ਕੇ ਇਹ ਆਪਦਾ ਅਸਲ ਕੰਮ ਕਰੇ ਤੇ ਸਿੱਧਾ ਹੀ ਆਪਦਾ ਸਹਿਜ ਵਿੱਚ ਜਾਵੇ, ਘਰ ਜਾਵੇ। ਸੋ ਇੰਨੀਆਂ ਬੇਨਤੀਆਂ ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ।